पंजाब के कैबिनेट मंत्री वालों बाल गोपाल ट्रस्ट बना के जिस तरीके नाल मोहाली के गुआंढ विच बलौंगी पिंड की 10.4 एकड़ जमीन जिहड़ी हैगी लई गई है। बेशक विरोधियों वालों उन्हां ते हमले किए जा रहे हैं, पर उन्हां दा कहना है कि मैं गौशाला लई जमीन लई है ते की इहदे च गलती कीती है। हाँ जी देखो सिद्धू साहब गल ये हैगी है जी कि ਜਿਹੜਾ ਸਿੱਧੂ ਸਾਹਿਬ ਨੇ ਜਦੋਂ ਫੜੇ ਗਏ ਨਾ ਤਾਂ ਇਹ ਆਪਣੀ ਜਿਹੜੀ ਹੈਗੀ ਹੈ ਉਸ ਚੋਰੀ ਨੂੰ ਲੁਕਾਉਣ ਵਾਸਤੇ ਇਹਨਾਂ ਕੋਲ 20 ਰਸਤੇ ਪਹਿਲਾਂ ਹੀ ਇਹਨਾਂ ਦੇ ਐਡਵਾਈਜ਼ਰ ਦੱਸ ਕੇ ਰੱਖਦੇ ਆ। ਇਸ ਤੋਂ ਪਹਿਲਾਂ ਰਾਜਪੁਰਾ ਦੇ ਕੋਲ ਇਹਨਾਂ ਨੇ ਇੱਕ ਪਿੰਡ ਦੀ ਜ਼ਮੀਨ ਜਿਹੜੀ ਹੈਗੀ ਸੀ ਉਸ ਨੂੰ ਲੈ ਕੇ ਉਸ ਥਾਂ ਦੇ ਉੱਤੇ ਕਾਰਪੋਰੇਟ ਘਰਾਣੇ ਹੈਗੇ ਆ ਜਿਹੜੇ ਇਹਨਾਂ ਦੀ ਹੱਬ ਬਣਾਉਣ ਵਾਸਤੇ ਇਹਨਾਂ ਨੇ ਪਹਿਲਾ ਕਾਰੋਬਾਰ ਕੰਮ ਉੱਤੇ ਕੀਤਾ। ਦੂਜਾ ਕੰਮ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਦਵਾਈਆਂ ਦਾ ਪਾਰਕ ਬਣਾਉਣ ਦੀ ਨਾਂ ਦੇ ਉੱਤੇ ਇੱਕ ਹੱਬ ਉੱਥੇ ਬਣਾਇਆ ਗਿਆ। ਆਪਣੇ ਨਾਂ ਦੇ ਉੱਤੇ 33 ਸਾਲ ਲਈ ਜਿਹੜਾ ਹੈਗਾ ਉਹਨਾਂ ਨੇ ਰਜਿਸਟਰ ਕਰਾ ਲਈ ਔਰ ਨਾ ਕੀ ਹੈ ਗਊਆਂ ਦਾ। ਉਹ ਕਿਹੜਾ ਗਊਆਂ ਦਾ ਉਹਨਾਂ ਨੂੰ ਹੇਜ ਜਾਗ ਪਿਆ। ਉੱਥੇ ਬਹੁਤ ਵੱਡਾ ਇੱਕ ਉਹਨਾਂ ਦਾ ਹੈਗਾ ਆਪਣੀ ਜ਼ਮੀਨ ਹੈਗੀ ਆ, ਇਹ ਉਹਨਾਂ ਨੇ ਉਹੀ ਕਰਨਾ ਹੈਗਾ ਸੇਵਾ ਹੀ ਕਰਨੀ ਹੈ। ਆਪਣੀ ਜ਼ਮੀਨ ਦੇ ਵਿੱਚ ਬਣਾ ਲੈਣਾ ਉਹ ਖਾੜਾ। ਇਹਨਾਂ ਦੀ ਮੇਨ ਮਨਸ਼ਾ ਇੱਕੋ ਹੈਗੀ ਹੈ ਕਿ ਹੁਣ ਬਾਕੀ ਦਾ ਕੁਝ ਬਚਿਆ ਨਹੀਂ ਹੈਗਾ। ਹੁਣ ਪੰਚਾਇਤਾਂ ਦੀਆਂ ਜ਼ਮੀਨਾਂ ਜਿਹੜੀਆਂ ਉਹਨਾਂ ਨੂੰ ਕਿਵੇਂ ਖਾਧਾ ਜਾਵੇ। कोई भी लीडर किसी पोलिटिकल पार्टी का हो, अगर कोई गलत काम करता है, कोई क्या किसी जमीन पे कब्जा करता है, नजायज करता है, तो ये निंदने योग गल हैगी है, जितनी चाहिए हैगी है कि सरकार को एक्शन लेना चाहिए है। जितों तक तुसीं गल कीती हैगी है इस जिहड़ा बलौंगी वाले मसले की, ਇਹਦੇ ਵਿੱਚ ਕੰਪਲੇਂਟਾਂ ਹੋ ਗਈਆਂ ਨੇ। ਸਰਕਾਰ ਜਿਹੜੀ ਹੈਗੀ ਹੈ ਕੈਪਟਨ ਮੁੱਖ ਮੰਤਰੀ ਕੈਪਟਨ ਸਿੰਘ ਜੀ ਉਹਨਾਂ ਦੇ ਧਿਆਨ 'ਚ ਗੱਲ ਆਈ ਹੋਈ ਹੈਗੀ ਹੈ ਤੇ ਆਪਾਂ ਨੂੰ ਥੋੜੇ ਦਿਨ ਦੇ ਵਿੱਚ ਅੱਗੇ ਪਤਾ ਲੱਗ ਜਾਏਗਾ ਕਿ ਕੀ ਐਕਸ਼ਨ ਹੋ ਰਿਹਾ ਹੈ। ਤੇ ਅਸੀਂ ਕਿਸੇ ਵੀ ਇੰਡੀਵਿਜੂਅਲ ਨੂੰ, ਸਾਡੀ ਪਾਰਟੀ ਦਾ ਕੋਈ ਨੇਤਾ ਹੋਵੇ, ਐਮਐਲਏ ਹੋਵੇ, ਮੰਤਰੀ ਹੋਵੇ, ਅਸੀਂ ਜੇ ਕੋਈ ਗਲਤ ਕਰਦਾ ਬਿਲਕੁਲ ਡਿਫੈਂਡ ਨਹੀਂ ਕਰਾਂਗੇ। ਪਾਰਟੀ ਕਦੇ ਡਿਫੈਂਡ ਨਹੀਂ ਕਰੇਗੀ, ਨਾ ਸਰਕਾਰ ਡਿਫੈਂਡ ਕਰੇਗੀ। ਉਸ 'ਤੇ ਐਕਸ਼ਨ ਬਣਦਾ ਹੋਏਗਾ। ਸਿੱਧੂ ਸਾਹਿਬ ਗੱਲ ਇੱਦਾਂ ਹੈ ਕਿ ਪੰਜਾਬ ਦੇ ਵਿੱਚ ਤਕਰੀਬਨ 33,000 ਏਕੜ ਤੋਂ ਜ਼ਿਆਦਾ ਜ਼ਮੀਨ ਹੈ ਜਿਹੜੀ ਉਹ ਨਜਾਇਜ਼ ਕਬਜ਼ਿਆਂ ਦੇ ਥੱਲੇ ਹੈ। ਉਹ ਕਬਜ਼ੇ ਜ਼ਿਆਦਾਤਰ ਸਿਆਸਤਾਨ ਜਿਹੜੀਆਂ ਵਧੀਆ ਜ਼ਮੀਨਾਂ, ਮਹਿੰਗੀਆਂ ਜ਼ਮੀਨਾਂ, ਉੱਥੇ ਸਿਆਸਤਾਨਾਂ ਦੇ ਕਬਜ਼ੇ ਹੋਏ ਨੇ। ਉਹਨਾਂ ਨੇ ਅੰਡਰ ਪ੍ਰੈਸ਼ਰ ਪੰਚਾਇਤ ਨੂੰ ਬਹੁਤ ਪ੍ਰੈਸ਼ਰ, ਪੁਲਿਸ ਰਾਹੀਂ ਵੀ ਤੇ ਉਹਨਾਂ ਨੂੰ ਸਸਪੈਂਡ ਕਰਨ ਰਾਹੀਂ ਵੀ। ਇਹਦਾ ਪਹਿਲਾਂ ਅਕਾਲੀ ਬੀਜੇਪੀ ਸਰਕਾਰ ਦੇ ਟਾਈਮ ਵੀ ਇੱਕ ਮਤਾ ਪਵਾਇਆ ਗਿਆ ਸੀ। ਜਿਵੇਂ ਸਿੱਧੂ ਸਾਹਿਬ ਨੇ ਕਿਹਾ ਕਿ ਇੱਥੇ ਮੈਂ ਗਊਸ਼ਾਲਾ ਬਣਾਉਣੀ ਹੈ, ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਇੱਥੇ ਇੱਕ ਹਸਪੀਟਲ ਬਣਾਉਣਾ ਚਾਹੁੰਦਾ ਜਨਤਾ ਦੇ ਲਈ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮਹਿਕਮੇ ਦੀਆਂ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ਿਆਂ ਦਾ ਮੁੱਦਾ ਪਿਛਲੇ ਲੰਬੇ ਸਮੇਂ ਤੋਂ ਕਈ ਮੌਕਿਆਂ ਤੇ ਉੱਭਰ ਕੇ ਸਾਹਮਣੇ ਆਉਂਦਾ ਰਿਹਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਟਰਸਟ ਬਣਾ ਕੇ 33 ਸਾਲ ਲਈ ਜ਼ਮੀਨ ਲੀਜ਼ ਤੇ ਲੈ ਲਈ ਜਾਂਦੀ ਹੈ ਤੇ ਕਈ ਵਾਰ ਸਿੱਧੇ ਤੌਰ ਤੇ ਨਜਾਇਜ਼ ਕਬਜ਼ੇ ਕੀਤੇ ਜਾਂਦੇ ਆ। ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਕੈਬਨਿਟ ਮੰਤਰੀ ਜਿਨ੍ਹਾਂ ਨੇ ਬਾਲ ਗੋਪਾਲ ਗਊ ਬਸੇਰਾ ਟਰਸਟ ਬਣਾ ਕੇ ਮੋਹਾਲੀ ਦੇ ਨਾਲ ਲੱਗਦੀ ਬਹੁਤ ਹੀ ਕੀਮਤੀ ਜ਼ਮੀਨ 10.4 ਏਕੜ ਬਲੌਂਗੀ ਦੀ ਜ਼ਮੀਨ ट्रस्ट के कब्जे च ले ली है। बेशक मंत्री वालों स्पष्टीकरण भी दिते जा रहे हैं, पर बहुत बड़े सवाल राजसी ते समाजिक खेत्र इस मुद्दे नूं लैके उभर रहे हैं कि आखिर क्यों जिहड़ा पंचायत की जमीन ते कैबिनेट मंत्री ने इस तरीके नाल कीता कब्जा। इन्हां सारे मुद्दों ते मेरे नाल पैनल चर्चा जिहड़े साडे खास मेहमान इस वेले पैनल ते जुड़ चुके हैं। मेरी बेनती प्रवान करके सरजीत सिंह सवैच जी कांग्रेस पार्टी के बुलारे, अकाली दल के बुलारे ने अमरदीप सिंह धारनी जी, इस तरीके नाल पंचायतां दी यूनियन दे पंजाब दे प्रधान ने हरमिंदर सिंह मावी जिहड़े कि सीधे तौर ते इस मुद्दे दे नाल लंबे समय तो काम कर रहे हैं। इन्हां सारे मुद्दों ते आउण दे लई तुहाडे सारिआं वल्लों मैं अपने मेहमानां नूं जी आखदा, वेलकम करदा। धारनी जी, पहला सवाल मैं तुहाडे तो लैण लगे हां। पंजाब दे कैबिनेट मंत्री वल्लों बाल गोपाल ट्रस्ट बना के जिस तरीके नाल मोहाली के गुआंढ विच बलौंगी पिंड की 10.4 एकड़ जमीन जिहड़ी हैगी लई गई है,
ਬੇਸ਼ੱਕ ਵਿਰੋਧੀਆਂ ਵੱਲੋਂ ਉਹਨਾਂ ਤੇ ਹਮਲੇ ਕੀਤੇ ਜਾ ਰਹੇ ਆ, ਪਰ ਉਹਨਾਂ ਦਾ ਕਹਿਣਾ ਹੈ ਕਿ ਮੈਂ ਗਊਸ਼ਾਲਾ ਲਈ ਜ਼ਮੀਨ ਲਈ ਹੈ ਤੇ ਕੀ ਇਹਦੇ 'ਚ ਗਲਤੀ ਕੀਤੀ ਹੈ। ਧਾਨੀ ਦੇਖੋ ਸਾਹਿਬ। ਸਿੱਧੂ ਸਾਹਿਬ, ਹਾਂਜੀ ਹਾਂਜੀ, ਦੇਖੋ ਸਿੱਧੂ ਸਾਹਿਬ, ਗੱਲ ਇਹ ਹੈਗੀ ਆ ਜੀ ਕਿ ਜਿਹੜਾ ਸਿੱਧੂ ਸਾਹਿਬ ਨੇ ਜਦੋਂ ਫੜੇ ਗਏ ਨਾ ਤਾਂ ਇਹ ਆਪਣੀ ਜਿਹੜੀ ਹੈਗੀ ਹੈ ਉਸ ਚੋਰੀ ਨੂੰ ਲੁਕਾਉਣ ਵਾਸਤੇ ਨਾ ਕੋਈ 20 ਰਸਤੇ ਪਹਿਲਾਂ ਹੀ ਇਹਨਾਂ ਦੇ ਐਡਵਾਈਜ਼ਰ ਦੱਸ ਕੇ ਰੱਖਦੇ ਆ ਕਿ ਕੀ ਤੁਸੀਂ ਅੱਗੇ ਨੂੰ ਕਹਿਣਾ ਹੈਗਾ। ਇਹ ਕੋਈ ਪਹਿਲਾ ਜੀ। ਮਾਮਲਾ ਨਹੀਂ, ਆਪਾਂ ਇਹਨੂੰ ਸ਼ੁਰੂਆਤ ਉੱਥੋਂ ਕਰੀਏ ਜਦੋਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਮਤਾ ਪਾਸ ਕੀਤਾ ਕਿ ਜਿਹੜੀਆਂ ਜ਼ਮੀਨਾਂ ਪੰਜਾਬ ਦੇ ਵਿੱਚ ਲੈਂਡ ਆਈਡੀਆਂ ਹੈਗੀਆਂ ਆਪਣਾ ਪੰਚਾਇਤਾਂ ਦੀਆਂ, ਕਿ ਉਹਨਾਂ ਜੀ। ਨੂੰ ਕਿਸ ਤਰ੍ਹਾਂ ਯੂਟਿਲਾਈਜ਼ ਕਰਿਆ ਜਾਵੇ। ਉਹਨਾਂ ਦੇ ਬਕਾਇਦਾ ਉਹਦੇ ਤੇ ਇੱਕ ਪੂਰੀ ਜਿਹੜੀ ਹੈਗੀ ਆ ਇੱਕ ਕਿਤਾਬਚਾ ਬਣਾਇਆ ਗਿਆ ਕਿ ਇਸ ਤਰ੍ਹਾਂ ਕਰਕੇ ਇਸ ਜਿਹੜੀ ਜ਼ਮੀਨ ਨੂੰ ਹੈਗਾ ਤੁਸੀਂ ਯੂਟਿਲਾਈਜ਼ ਕਰ ਸਕਦੇ ਆ। ਤੁਸੀਂ ਇਹਨੂੰ ਬਾਅਦ ਦੇ ਵਿੱਚ ਆਪਾਂ ਗੱਲ ਕਰਦੇ ਆ। ਇਸ ਤੋਂ ਪਹਿਲਾਂ ਰਾਜਪੁਰਾ ਦੇ ਕੋਲ ਇਹਨਾਂ ਨੇ ਇੱਕ ਪਿੰਡ ਦੀ ਜ਼ਮੀਨ ਜਿਹੜੀ ਹੈਗੀ ਸੀ ਉਸ ਨੂੰ ਲੈ ਕੇ ਉਸ ਥਾਂ ਦੇ ਉੱਤੇ ਕਾਰਪੋਰੇਟ ਘਰਾਣੇ ਹੈਗੇ ਆ ਜਿਹੜੇ, ਇਹਨਾਂ ਦੀ ਹੱਬ ਬਣਾਉਣ ਵਾਸਤੇ ਇਹਨਾਂ ਨੇ ਪਹਿਲਾ ਕਾਰੋਬਾਰ ਕੰਮ ਉੱਤੇ ਕੀਤਾ। ਦੂਜਾ ਕੰਮ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਦਵਾਈਆਂ ਦਾ ਪਾਰਕ ਬਣਾਉਣ ਦੀ ਨਾਂ ਦੇ ਉੱਤੇ ਇੱਕ ਹੱਬ ਉੱਥੇ ਬਣਾਇਆ ਗਿਆ। ਉਸ ਦੇ ਵਿੱਚ ਕੀ ਹੋਇਆ, ਉਸ ਦੇ ਵਿੱਚ ਤੁਸੀਂ ਅੱਜ ਦੇਖੋ ਕਿ ਅੱਜ ਕੋਈ ਵੀ ਚੈਨਲ ਤੁਸੀਂ ਲਾ ਲਓ, ਉਸ ਦੇ ਵਿੱਚ ਜਦੋਂ ਆਪਣੇ ਮੁੱਖ ਮੰਤਰੀ ਸਾਹਿਬ ਹੈਗੇ ਆ ਜਿਹੜੇ, ਉਹ ਇੱਕ ਐਡ ਦੇ ਰਹੇ ਆ ਕਿ ਅਸੀਂ ਕੀ ਕੁਛ ਕੀਤਾ। ਉਸ ਦੇ ਵਿੱਚ ਉਸ ਪਿੰਡ ਦੀ ਜਿਹੜੀ ਜ਼ਮੀਨ ਹੈਗੀ ਆ ਫਤਿਹਗੜ੍ਹ ਸਾਹਿਬ ਦੀ, ਉਸ ਬਾਰੇ ਗੱਲ ਕਰਦੇ ਹੈਗੇ ਆ ਕਿ ਉੱਥੇ ਜਿਹੜਾ ਹੈਗਾ ਇੱਕ ਦਵਾਈਆਂ ਦਾ ਪਾਰਕ ਬਣਾਇਆ ਗਿਆ। ਮੈਂ ਪੁੱਛਦਾ ਇਹ ਹੈਗਾ ਕਿ ਉਸ ਪਿੰਡ ਦੀ ਜ਼ਮੀਨ ਇਹਨਾਂ ਨੇ ਕੀ ਕੀਤਾ ਸੀ। ਇਹਨਾਂ ਨੇ ਪੰਚਾਇਤ ਤੋਂ ਮਤਾ ਪਵਾ ਲਿਆ। ਪੰਚਾਇਤ ਦੀ ਜਿਹੜੀ ਹੈਗੀ ਸੀ ਬਹੁਤ ਸੰਮਤੀ ਆਈ ਨਹੀਂ ਸੀ, ਉਹਦੇ ਵਿੱਚ ਕੁਝ ਜਿਹੜੇ ਮੈਂਬਰ ਦੂਸਰੀ ਪਾਰਟੀ ਦੇ ਸੀ ਉਹਨਾਂ ਦੇ ਦਸਖਤ ਆਪ ਹੀ ਕਰਕੇ ਜਿਹੜਾ ਹੈਗਾ ਸੀ ਉਹ ਮਤਾ ਪਾ ਲਿਆ। ਔਰ ਉਹ ਗੱਲ ਜਦੋਂ ਮਤਾ ਪਾਇਆ, ਉਹ ਮਤਾ ਜਿਹੜਾ ਹੈਗਾ ਸੀ ਉਸ ਤੇ ਜ਼ਮੀਨ ਜਿਹੜੀ ਹੈਗੀ ਆ ਉਹਦੀਆਂ ਰਜਿਸਟਰੀਆਂ ਵੀ ਕਰਾਤੀਆਂ, ਸਾਰਾ ਕੁਝ ਕਰਤਾ। ਉਸ ਦੇ ਵਿੱਚ ਕੀ ਹੈਗਾ ਜੀ, ਉਹ ਬੜਾ ਵੱਡੀ ਸਟੋਰੀ ਹੈਗੀ ਹੈ ਕਿ ਉਹ ਜ਼ਮੀਨਾਂ ਨੂੰ ਹੜੱਪਣ ਦਾ ਇੱਕ ਤਰੀਕਾ ਹੈਗਾ। ਉਹਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਵਿੱਚ ਆਪ ਭਾਈਵਾਲ ਬਣ ਕੇ ਉਹਨਾਂ ਜ਼ਮੀਨਾਂ ਨੂੰ ਸਸਤੇ ਰੇਟਾਂ ਤੇ ਔਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਦੇਣਾ ਕੁਛ ਨਹੀਂ ਹੈਗਾ। ਉਹ ਵੀ ਜਿਹੜਾ ਹੈਗਾ ਖਬਰ ਨਹੀਂ ਕਿੰਨੇ ਸਾਲ ਬਾਅਦ ਜਿਹੜੀ ਹੈਗੀ ਆ ਪੈਸਾ ਦੇਣਾ ਸ਼ੁਰੂ ਕਰਨਾ, ਉਹਦੀ ਐਡ ਦੇ ਰਹੇ ਹੈਗੇ ਆ। ਔਰ ਉਹਨਾਂ ਪਿੰਡ ਦੇ ਲੋਕਾਂ ਨੇ, ਕੋਈ ਜਰਨਲ ਅਜਲਾਸ ਨਹੀਂ ਬੁਲਾਇਆ ਗਿਆ, ਪਿੰਡ ਦੇ ਲੋਕਾਂ ਨੇ ਜਾ ਕੇ ਜਿਹੜਾ ਹੈਗਾ ਆਨਰੇਬਲ ਹਾਈ ਕੋਰਟ ਦੇ ਵਿੱਚ ਕੇਸ ਪਾਤਾ ਔਰ ਮੈਟਰ ਸਬ ਜੁਡਾਈਸ ਹੈਗਾ। ਉਸ ਦੇ ਬਾਵਜੂਦ ਵੀ ਕੈਪਟਨ ਸਾਹਿਬ ਉਹਦੀ ਐਡ ਦੇ ਉੱਤੇ ਪੈਸੇ ਲਾ ਰਹੇ। ਹੁਣ ਤੀਜੀ ਗੱਲ ਆ ਜਾਓ ਆਪਾਂ ਮੋਹਾਲੀ ਦੀ, ਮੋਹਾਲੀ ਦੇ ਵਿੱਚ ਤ੍ਰਿਪਤ ਰਜਿੰਦਰ ਬਾਜਵਾ ਦੀ ਗੱਲ ਆ ਜਾਓ। ਮੋਹਾਲੀ ਦੇ ਵਿੱਚ ਸਭ ਤੋਂ ਜ਼ਿਆਦਾ ਕੀਮਤੀ ਜ਼ਮੀਨ ਉਹ ਬਲੌਂਗੀ ਪਿੰਡ ਦੀ, ਜਿੱਥੇ ਜਿਹੜੀ ਹੈਗੀ ਤਕਰੀਬਨ 100 ਕਰੋੜ ਰੁਪਏ ਦੀ ਜ਼ਮੀਨ ਜਿਹੜੀ ਹੈਗੀ ਆ ਉਹ ਆਪਣੇ ਐਡਰੈਸ ਤੇ ਆਪਣੇ ਨਾਂ ਦੇ ਉੱਤੇ 33 ਸਾਲ ਲਈ ਜਿਹੜਾ ਹੈਗਾ ਉਹਨਾਂ ਨੇ ਰਜਿਸਟਰਡ ਕਰਾ ਲਈ। ਔਰ ਨਾ ਕੀ ਆ ਗਊਆਂ ਦਾ, ਉਹ ਕਿਹੜਾ ਗਊਆਂ ਦਾ ਉਹਨਾਂ ਨੂੰ ਹੇਜ ਜਾਗ ਪਿਆ। ਉੱਥੇ ਬਹੁਤ ਵੱਡਾ ਇੱਕ ਉਹਨਾਂ ਦਾ ਹੈਗਾ ਆਪਣੀ ਜ਼ਮੀਨ ਹੈਗੀ ਆ, ਜੇ ਉਹਨਾਂ ਨੇ ਉਹੀ ਕਰਨਾ ਹੈਗਾ ਸੇਵਾ ਹੀ ਕਰਨੀ ਹੈ ਆਪਣੀ ਜ਼ਮੀਨ ਦੇ ਵਿੱਚ ਬਣਾ ਲੈਣਾ ਉਹ ਅਖਾੜਾ। ਲੋਕ ਅਸਲ ਗੱਲ ਇਹ ਹੈਗੀ ਹੈ ਕਿ ਕਾਂਗਰਸ ਸਰਕਾਰ ਜਿਸ ਦਿਨ ਤੋਂ ਆਈ ਹੈ ਇਹਨਾਂ ਦੀ ਮੇਨ ਮਨਸ਼ਾ ਇੱਕੋ ਹੈਗੀ ਹੈ ਕਿ ਹੁਣ ਬਾਕੀ ਦਾ ਕੁਝ ਬਚਿਆ ਨਹੀਂ ਹੈਗਾ। ਹੁਣ ਪੰਚਾਇਤਾਂ ਦੀਆਂ ਜ਼ਮੀਨਾਂ ਜਿਹੜੀਆਂ ਉਹਨਾਂ ਨੂੰ ਕਿਵੇਂ ਖਾਧਾ ਜਾਵੇ। ਜੀ ਮੈਂ ਫਿਰ ਆਣਾ ਇਸ ਮੁੱਦੇ ਤੇ ਧਾਨੀ ਸਾਹਿਬ, ਆਪਾਂ ਜਵਾਬ ਲੈ ਲਈਏ ਸਰਾਜ ਸਾਹਿਬ ਤੇ। ਸਰਾਜ ਸਾਹਿਬ, ਸਿੱਧਾ ਸਵਾਲ ਹੈ, ਕੈਬਨਿਟ ਮੰਤਰੀ ਨੇ ਜਿਸ ਤਰੀਕੇ ਦੇ ਨਾਲ ਬਾਲ ਗੋਪਾਲ ਗਊ ਬਸੇਰਾ ਟਰਸਟ ਬਣਾਇਆ ਤੇ ਆਪ ਹੀ ਪ੍ਰਧਾਨ, ਜਿੱਦਾਂ ਧਾਨੀ ਸਾਹਿਬ ਕਹਿ ਰਹੇ, ਆਪਣੇ ਘਰ ਦਾ ਪਤਾ ਦਿੱਤਾ ਗਿਆ ਤੇ ਕਰੋੜਾਂ ਰੁਪਏ ਦੀ ਜਿਹੜੀ ਜ਼ਮੀਨ ਹੈ, ਇੰਨੀ ਕੀਮਤੀ ਜ਼ਮੀਨ ਹੈ, ਉਹਦੇ ਤੇ ਟਰਸਟ ਬਣਾ ਕੇ ਜਿਹੜਾ ਗਊ ਬਸੇਰਾ ਦੇ ਨਾਂ ਦੇ ਉੱਤੇ ਕਬਜ਼ਾ ਕੀਤਾ ਗਿਆ। ਬਹੁਤ ਵੱਡੇ ਸਵਾਲ ਇਸ ਮੁੱਦੇ ਤੇ ਖੜੇ ਹੋ ਰਿਹਾ ਕਿ ਆਖਰ ਜਿਹੜੀ ਸਰਕਾਰ ਪੰਚਾਇਤੀ ਜ਼ਮੀਨਾਂ ਤੇ ਕਬਜ਼ਾ ਕਰਨ ਦੇ ਰਾਹ ਤੁਰ ਪਈ ਹੈ। ਨਹੀਂ, ਤੁਸੀਂ ਸਰਕਾਰ ਦੀ ਗੱਲ ਕਰਦੇ ਹੋ, ਸਰਕਾਰ ਨਹੀਂ ਕਬਜ਼ਾ ਕਰਦੀ ਹੁੰਦੀ। ਦੇਖੋ, ਮੈਂ ਰਿਪਰੈਜ਼ੈਂਟ ਕਰ ਰਿਹਾ ਕਾਂਗਰਸ ਪਾਰਟੀ ਨੂੰ, ਤੇ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਰੂਲਿੰਗ ਸਰਕਾਰ ਪਾਰਟੀ ਹੈਗੀ ਹੈ। ਸਰਕਾਰ ਪਾਰਟੀ ਦੀ ਹੈਗੀ, ਕੋਈ ਦੋ ਨਾਵਾਂ ਨਹੀਂ ਹੈਗੀਆਂ। ਲੇਕਿਨ ਮੈਂ ਸਪਸ਼ਟ ਤੌਰ ਤੇ ਇਹ ਕਹਿਣਾ ਚਾਹੁੰਦਾ ਕਿ ਕੋਈ ਵੀ ਲੀਡਰ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਹੋਵੇ, ਅਗਰ ਕੋਈ ਗਲਤ ਕੰਮ ਕਰਦਾ ਹੈ, ਕੋਈ
ਜਾਂ ਕਿਸੇ ਜ਼ਮੀਨ ਤੇ ਕਬਜ਼ਾ ਕਰਦਾ ਹੈ, ਨਜਾਇਜ਼ ਕਰਦਾ ਹੈ, ਤੇ ਇਹ ਨਿੰਦਣਯੋਗ ਗੱਲ ਹੈਗੀ ਹੈ, ਨਿੰਦਣੀ ਚਾਹੀਦੀ ਹੈਗੀ ਹੈ ਤੇ ਸਰਕਾਰ ਨੂੰ ਐਕਸ਼ਨ ਵੀ ਲੈਣਾ ਚਾਹੀਦਾ ਹੈਗਾ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈਗੀ ਹੈ ਇਸ ਜਿਹੜਾ ਬਲੌਂਗੀ ਵਾਲੇ ਮਸਲੇ ਦੀ, ਇਹਦੇ ਵਿੱਚ ਕੰਪਲੇਂਟਾਂ ਹੋ ਗਈਆਂ ਨੇ। ਸਰਕਾਰ ਜਿਹੜੀ ਹੈਗੀ ਹੈ, ਕੈਪਟਨ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਦੇ ਧਿਆਨ 'ਚ ਗੱਲ ਆਈ ਹੋਈ ਹੈਗੀ ਹੈ ਤੇ ਆਪਾਂ ਨੂੰ ਥੋੜ੍ਹੇ ਦਿਨ ਦੇ ਵਿੱਚ ਅੱਗੇ ਪਤਾ ਲੱਗ ਜਾਏਗਾ ਕਿ ਕੀ ਐਕਸ਼ਨ ਹੋ ਰਿਹਾ ਹੈ, ਕੀ ਆ ਗਲਤ ਹੋਇਆ, ਠੀਕ ਹੋਇਆ, ਜੋ ਕੋਈ ਜਿਹੜੀ ਹੈਗੀ ਹੈ ਕਾਨੂੰਨੀ ਜਿਹੜੀ ਉਲੰਘਣਾ ਹੋਈ ਹੈ, ਨਹੀਂ ਹੋਈ ਹੈ, ਜੋ ਵੀ ਹੈਗਾ, ਇਹ ਜਾਇਜ਼ ਜਾਂ ਨਜਾਇਜ਼ ਜੋ ਵੀ ਹੈਗਾ ਆਪਣੇ ਸਾਹਮਣੇ ਆ ਜਾਏਗਾ। ਮੈਂ ਸਪਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਕਿਸੇ ਵੀ ਇੰਡੀਵਿਜੂਅਲ ਨੂੰ, ਸਾਡੀ ਪਾਰਟੀ ਦਾ ਕੋਈ ਨੇਤਾ ਹੋਵੇ, MLA ਹੋਵੇ, ਮੰਤਰੀ ਹੋਵੇ, ਅਸੀਂ ਜੇ ਕੋਈ ਗਲਤ ਕਰਦਾ ਬਿਲਕੁਲ ਡਿਫੈਂਡ ਨਹੀਂ ਕਰਾਂਗੇ। ਪਾਰਟੀ ਕਦੇ ਡਿਫੈਂਡ ਨਹੀਂ ਕਰੇਗੀ, ਨਾ ਸਰਕਾਰ ਡਿਫੈਂਡ ਕਰੇਗੀ। ਉਸ 'ਤੇ ਐਕਸ਼ਨ ਜੋ ਬਣਦਾ ਹੋਏਗਾ, ਅਗਰ ਉਹਦੇ ਵਿੱਚ ਕੋਈ ਕੁਤਾਹੀ ਹੋਈ ਹੈ, ਗੈਰ ਕਾਨੂੰਨੀ ਗੱਲ ਹੈਗੀ ਹੈ, ਠੀਕ ਹੈ ਨਾ ਜੀ। ਆਪਣੇ ਸਾਰਿਆਂ ਦੇ ਜਦੋਂ ਇਨਕੁਆਇਰੀ ਹੋਏਗੀ ਸਾਰੇ ਸਾਹਮਣੇ ਆ ਜਾਏਗਾ ਕਿ ਕੀ ਉਹਨਾਂ ਨੇ ਜਿਹੜੇ ਮੰਤਰੀ ਦੇ ਖਿਲਾਫ ਇਲਜ਼ਾਮ ਲੱਗ ਰਹੇ ਨੇ। ਧਾਰਨੀ ਸਾਹਿਬ ਤਾਂ ਚਲੋ ਬਾਜਵੇ ਦੀ ਗੱਲ ਕਰ ਰਹੇ ਨੇ, ਇਹ ਤ੍ਰਿਤ ਬਾਜਵੇ ਦੀ ਗੱਲ ਨਹੀਂ ਹੈਗੀ। ਇੱਥੇ ਸਰਦਾਰ ਬਲਵੀਰ ਸਿੰਘ ਉਹਨਾਂ ਦੇ ਖਿਲਾਫ ਐਲੀਗੇਸ਼ਨ ਲੱਗੀ ਹੈਗੀ ਹੈ ਕਿ ਉਹਨਾਂ ਨੇ ਗਊਸ਼ਾਲਾ ਦੇ ਨਾਲ ਜਿਹੜੀ ਪੰਚਾਇਤ ਦੀ ਜ਼ਮੀਨ ਹੈਗੀ ਹੈ ਉਹ ਅਲਾਟ ਕਰਾਈ ਹੈਗੀ ਹੈ, ਟਰਸਟ ਬਣਾ ਕੇ। ਜਿਹੜੇ ਟਰਸਟ ਦਾ ਐਡਰੈਸ ਦੱਸ ਰਹੇ ਨੇ ਕਿ ਐਡਰੈਸ ਉਹਦੇ ਘਰ ਦਾ ਜਿਹੜਾ ਹੈਗਾ 7 ਫੇਜ਼ ਦੇ ਵਿੱਚ ਉਹਦਾ ਐਡਰੈਸ ਦਿੱਤਾ ਹੋਇਆ ਹੈ। ਸੋ ਇਹਦੇ 'ਚ ਬਿਲਕੁਲ ਹੈਗਾ ਜੀ, ਸਾਡੇ ਵੱਲੋਂ, ਪਾਰਟੀ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਕਿਸੇ ਨੂੰ ਜਿਹੜਾ ਕੋਈ ਗਲਤ ਹੈਗਾ ਉਹਨੂੰ ਨਹੀਂ ਬਚਾਇਆ ਜਾਊਗਾ। ਬਕਾਇਦਾ ਇਨਕੁਆਇਰੀ ਸਹਿ ਸਾਹਿਬ ਬਹੁਤ ਵੱਡਾ ਦਲੇਰਾਨਾ ਕਮੈਂਟਸ ਆ ਤੁਹਾਡਾ। ਤੁਸੀਂ ਬੇਸ਼ੱਕ ਹਾਕਮ ਧਿਰ ਦੀ ਨੁਮਾਇੰਦਗੀ ਕਰਦੇ ਹੋ, ਤੁਸੀਂ ਕਹਿ ਰਹੇ ਹੋ ਕਿ ਮੰਤਰੀ ਹੋਵੇ, ਵਿਅਕਤੀਗਤ ਤੌਰ ਤੇ ਕੋਈ ਨੇਤਾ ਹੋਵੇ, ਅਗਰ ਗਲਤੀ ਹੈਗੀ ਤਾਂ ਨਹੀਂ ਬਖਸ਼ਿਆ ਜਾਏਗਾ। ਇਸ ਮਾਮਲੇ 'ਚ ਵੀ ਜਦੋਂ ਗੱਲ ਕਰਦੇ ਹਾਂ, ਬਾਲ ਗੋਪਾਲ ਗਊ ਬਸੇਰਾ ਬਲਵੀਰ ਸਿੰਘ ਸਿੱਧੂ ਨੇ ਜਿਹੜਾ ਟਰਸਟ ਆਪ ਹੀ ਬਣਾਇਆ ਤੇ ਆਪ ਹੀ ਪ੍ਰਧਾਨ, ਉਹਦੀ ਜਾਂਚ ਹੋਏਗੀ, ਸਾਹਮਣੇ ਆਏਗੀ। ਗੱਲ ਬਿਲਕੁਲ ਸਹੀ ਗੱਲ ਤੁਸੀਂ ਕਹਿ ਰਹੇ ਹੋ, ਵੱਡੀ ਗੱਲ ਕਹਿ ਰਹੇ ਹੋ ਤੁਸੀਂ। ਪਰ ਸੁਹੇਜ ਜੀ, ਮੈਂ ਇੱਕ ਗੱਲ ਜਿਹੜੀ ਹੈਗੀ ਆ, ਸ਼ਾਇਦ ਦਰਸ਼ਕ ਨਹੀਂ ਜਾਣਦੇ, ਸੁਹੇਜ ਜੀ ਤੁਸੀਂ ਖੁਦ ਵੀ ਉਸ ਇਲਾਕੇ ਨਾਲ ਸੰਬੰਧਿਤ ਹੋ ਜਿਸ ਇਲਾਕੇ 'ਚ ਇੱਦਾਂ ਦੀਆਂ ਜ਼ਮੀਨਾਂ ਤੇ ਕਬਜ਼ਿਆਂ ਦੀਆਂ ਘਟਨਾਵਾਂ ਵਾਪਰ ਰਹੀਆਂ। ਕੁਝ ਲੋਕ ਜਿਹੜੇ ਇਨਫਲੂਐਂਸ਼ੀਅਲ ਲੋਕ ਹੈ ਉਹ ਇਹਨਾਂ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਆ। ਸੁਹੇਜ ਜੀ ਤੁਸੀਂ ਬਹੁਤ ਨਜ਼ਦੀਕ ਤੋਂ ਤੁਸੀਂ ਪਾਰਟੀ ਨੂੰ ਤਾਂ ਸੰਬੰਧ ਰੱਖਦੇ ਹੋ, ਪਰ ਇੱਕ ਕਿਉਂਕਿ ਤੁਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸੁਲਝੇ ਹੋਏ ਐਡਵੋਕੇਟ ਹੋ, ਨੁਮਾਇੰਦਗੀ ਕਰਦੇ ਹੋ, ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਤੁਹਾਡੇ ਕੋਲੋਂ ਇਸ ਮਾਮਲੇ ਤੇ ਸਵਾਲ ਕਰ ਰਿਹਾ, ਤਾਂ ਮੈਂ ਤੁਹਾਡੇ ਬਾਰੇ ਜਾਣਕਾਰੀ ਦਿੱਤੀ ਹੈ। ਸੁਹੇਜ ਜੀ, ਜਿਹੜੀਆਂ ਦੇਖੋ ਪਿੰਡਾਂ ਦੇ ਕੋਲੇ ਕੋਈ ਸਾਧਨ ਨਹੀਂ ਹੈਗਾ, ਇੱਕੋ ਇੱਕ ਪੰਚਾਇਤਾਂ ਦੀਆਂ ਜ਼ਮੀਨਾਂ ਬਚਦੀਆਂ ਜਿਹਦੇ ਨਾਲ ਥੋੜਾ ਬਹੁਤਾ ਵਿਕਾਸ ਹੋ ਸਕਦਾ ਹੈ, ਪਿੰਡ ਦੇ ਸਾਂਝੇ ਕੰਮ ਹੋ ਸਕਦੇ ਆ। ਜੇ ਇਸ ਤਰੀਕੇ ਦੇ ਨਾਲ ਹੀ ਸੁਹੇਜ ਜੀ ਜਿਹੜਾ ਹੈਗਾ ਮੰਤਰੀ ਟਰਸਟ ਬਣਾ ਕੇ ਆਪ ਹੀ ਪ੍ਰਧਾਨ ਬਣਨਗੇ ਤੇ ਜ਼ਮੀਨਾਂ ਲੈ ਲੈਣਗੇ, ਤਾਂ ਫਿਰ ਇਸ ਪੰਜਾਬ ਦੇ ਪਿੰਡਾਂ ਦਾ ਕੀ ਬਣੇਗਾ? ਸੁਹੇਜ ਜੀ ਤੁਸੀਂ ਨਜ਼ਦੀਕ ਤੋਂ ਦੇਖਦੇ ਹੋ ਜੋ ਕੁਝ ਵਾਪਰ ਰਿਹਾ ਹੈ। ਸਿੱਧੂ ਸਾਹਿਬ, ਇੱਦਾਂ ਹੈ ਗੱਲ, ਜਿਹੜੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਹੁੰਦੀਆਂ ਨੇ, ਬਤੌਰ ਵਕੀਲ ਮੈਂ ਗੱਲ ਕਰ ਰਿਹਾ ਹਾਂ, ਇਹ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਤਾਂ ਪੁਰਾਣੀਆਂ ਸ਼ਾਮਲਾਤਾਂ ਨੇ, ਜਿੱਥੇ ਕੋਈ ਐਂਟਰੀ ਹੁੰਦੀ ਨੇ, ਸ਼ਾਮਲਾਤ ਦੇ ਹਸਰਤ ਹੁੰਦੀ ਹੈ, ਸ਼ਾਮਲਾਤ ਦੇ ਪੱਟੀਆਂ ਦੀ ਹੁੰਦੀਆਂ ਨੇ, ਇੱਦਾਂ ਦੀਆਂ ਉਹ ਜਿਹੜੀਆਂ ਪਿੱਛੋਂ ਚੱਲੀਆਂ ਹੁੰਦੀਆਂ ਨੇ। ਕੁਝ ਜ਼ਮੀਨਾਂ ਜਿਹੜੀਆਂ ਜੁਮਲਾ ਮਾਲਕਾਂ ਜ਼ਮੀਨਾਂ ਹੁੰਦੀਆਂ ਨੇ, ਜੁਮਲਾ ਮੁਸ਼ਤਰਕਾ ਮਾਲਕਾਂ ਦੀ ਐਂਟਰੀ ਹੁੰਦੀ ਹੈ, ਉਹ ਜ਼ਮੀਨਾਂ ਉਹ ਨੇ ਜਿਹੜੀਆਂ ਚੱਕਬੰਦੀ ਦੇ ਦੌਰਾਨ ਪਿੰਡ ਦੇ ਮਾਲਕਾਂ ਤੋਂ ਜਿਹੜੇ ਖੇਵੜਦਾਰ ਹੁੰਦੇ ਨੇ ਉਹਨਾਂ ਤੋਂ ਕੱਟ ਲਾ ਕੇ ਲਈ ਜਾਂਦੀ ਹੈ ਸਾਂਝੇ ਕੰਮਾਂ ਵਾਸਤੇ। ਤੇ ਸਾਂਝੇ ਕੰਮਾਂ ਵਾਸਤੇ ਕਈ ਵਾਰ ਇਹ ਹੁੰਦੇ ਵੀ ਲੋੜ 5 ਕਿੱਲੇ ਦੀ ਹੈ, 10 ਕੱਟ ਲਾ ਕੇ 10 ਕਿੱਲੇ ਇਕੱਠੇ ਕਰ ਲਏ ਪੰਚਾਇਤ ਦੇ ਉੱਥੋਂ ਸਾਂਝੇ ਖਾਤੇ ਦੇ ਵਿੱਚ। ਇਹ ਪੰਚਾਇਤ ਦੀ ਜ਼ਮੀਨ ਨਹੀਂ ਹੁੰਦੀ, ਇਹ ਜੁਮਲਾ ਮੁਸ਼ਤਰਕਾ ਮਾਲਕਾਂ ਦੀ ਹੁੰਦੀ ਹੈਗੀ ਹੈ। ਤੇ ਕਈ ਪਿੰਡਾਂ ਦੇ ਵਿੱਚ ਤਾਂ ਬਾਅਦ ਦੇ ਵਿੱਚ ਲੋਕਾਂ ਨੇ ਜਿਹੜੀ ਬੱਚਤ ਜ਼ਮੀਨ ਕਹਿੰਦੇ ਜਿਹਨੂੰ ਬੱਚਤ ਜ਼ਮੀਨ ਵੰਡਵਾ ਵੀ ਲਈ ਹੈ ਖੇਵੜਦਾਰ ਨੇ ਆਪਸ ਦੇ ਵਿੱਚ। ਲੇਕਿਨ ਹੋਇਆ ਕੀ ਹੈ, ਚੰਡੀਗੜ੍ਹ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਕਿ ਇੱਥੇ ਜ਼ਮੀਨ ਹਜ਼ਾਰਾਂ ਏਕੜ ਦੇ, ਹਰ ਪਿੰਡ ਦੇ ਵਿੱਚ ਤਕਰੀਬਨ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਸਾਂਝੀ ਜ਼ਮੀਨ ਜਿਹਨੂੰ ਵਿੱਚ ਸ਼ਾਮਲਾ ਜ਼ਮੀਨ ਕਹਿ ਲਓ ਜਾਂ ਮੁਸ਼ਤਰਕਾ ਮਾਲਕਾਂ ਜ਼ਮੀਨ ਕਹਿ ਲਓ, ਇਸ ਤਰ੍ਹਾਂ ਦੀਆਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਇਹ ਆਸ-ਪਾਸ ਬਹੁਤ ਜ਼ਿਆਦਾ ਸੀ। ਕਈ ਪਿੰਡਾਂ ਦੇ ਵਿੱਚ ਤਾਂ ਜਿਵੇਂ ਇੱਥੇ ਸਲਾਬਤਪੁਰ ਪਿੰਡ ਹੈ ਜਾਂ ਇੱਕ ਨਿਆ ਗਾঁव ਹੈਗਾ, ਉੱਥੇ ਕਰੌਰਾਂ ਪਿੰਡ ਨੇ, ਉੱਥੋਂ 4-5 ਪਿੰਡ ਹੋਰ ਨੇ ਜਿੱਥੇ ਨਿਊ ਚੰਡੀਗੜ੍ਹ ਬਣਿਆ ਹੈ। ਉੱਥੇ ਪੰਜਾਬ ਦੇ ਬਹੁਤ ਲੀਡਰਾਂ ਨੇ, ਚਾਹੇ ਉਹ ਕਿਸੇ ਪਾਰਟੀ ਨੂੰ ਬਿਲੋਂਗ ਕਰਦੇ ਹੋਣ, ਬਹੁਤ ਵੱਡੇ ਜਿਹੜੇ ਵੱਡੇ ਆਫਿਸਰਸ ਨੇ, ਪੁਲਿਸ ਆਫਿਸਰਸ, ਸਿਵਲ ਐਡਮਿਨਿਸਟ੍ਰੇਸ਼ਨ ਦੇ ਆਫਿਸਰਸ, IAS ਆਫਿਸਰਸ, ਤੇ ਜਿਹੜੇ ਕਈ ਪ੍ਰਾਪਰਟੀ ਡੀਲਰ ਜਿਹੜੇ ਹੈਗੇ ਵੱਡੇ, ਉਹਨਾਂ ਨੇ ਵੱਡੇ ਲੈਵਲ 'ਤੇ ਉਹ ਜ਼ਮੀਨਾਂ ਪੰਚਾਇਤਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਕੋਈ ਡਾਕੂਮੈਂਟਸ ਕਈ ਸਹੀ ਨੇ ਕਈ ਗਲਤ ਵੀ ਨੇ, ਉਹ ਤਕਰੀਬਨ ਕਬਜ਼ੇ ਕਰ ਚੁੱਕੇ ਜੀ। ਉਹ ਕਬਜ਼ਿਆਂ ਦੇ ਪਤਾ ਹੋਏਗਾ ਕਿ ਇੱਕ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀਗਾ
ਜਸਟਿਸ ਕੁਲਦੀਪ ਸਿੰਘ ਦੇ ਬੈਂਚ ਨੇ ਫੈਸਲਾ ਕੀਤਾ ਸੀ, ਗ੍ਰਾਮ ਪੰਚਾਇਤ ਨੂਰਪੁਰ ਦਾ ਫੈਸਲਾ ਹੈਗਾ ਜਿੱਦਾਂ ਤੱਕ ਮੈਨੂੰ ਯਾਦ ਹੈਗਾ, ਯੈਸ ਯੈਸ, ਬਿਲਕੁਲ ਠੀਕ। 1997 ਚ ਹੋਇਆ ਸੀ। ਤੇ ਉਦੋਂ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੇ ਇੱਕ ਉਹਨਾਂ ਨੇ ਪਹਿਲਾਂ ਡਾਇਰੈਕਟਰ ਕੰਸਲਟੇਸ਼ਨ ਹੁੰਦਾ ਸੀ ਚੱਕਬੰਦੀ ਵਾਲਾ, ਉਹ ਜ਼ਮੀਨਾਂ ਵੰਡ ਦਿੰਦਾ ਹੁੰਦਾ ਸੀਗਾ। ਉਹਨਾਂ ਨੇ ਕਿਹਾ ਨਹੀਂ ਇਹ ਗਲਤ ਹੋ ਰਿਹਾ, ਜ਼ਮੀਨਾਂ ਇਹ ਵੰਡੀਆਂ ਨਹੀਂ ਜਾ ਸਕਦੀਆਂ, ਇਹਨਾਂ ਦਾ ਜਿਹੜਾ ਪ੍ਰੋਪਰ ਤਰੀਕਾ ਪ੍ਰੋਪਰ ਚੈਨਲ ਹੈਗਾ, ਕਲੈਕਟਰ ਜਿਹੜਾ ਹੁੰਦਾ ਉਹ ਉਹਦੇ ਕੋਲ ਪੰਜਾਬ ਵਿਲੇਜ ਕਾਮਨ ਲੈਂਡ ਐਕਟ ਹੈਗਾ, ਉਹਦੇ ਤਹਿਤ ਜਾ ਕੇ ਫੈਸਲਾ ਜਿਹੜਾ ਮਾਲਕੀ ਦਾ ਹੋਣਾ ਚਾਹੀਦਾ ਹੈ। ਤੇ ਜਿਹੜੀਆਂ ਗਲਤ ਹੋਈਆਂ ਨੇ ਉਹਨਾਂ ਨੂੰ ਕੈਂਸਲ ਕਰਕੇ ਵਾਪਸ ਕੀਤੀਆਂ ਜਾਣ, ਇਦਾਂ ਦੇ ਆਰਡਰ ਜਿਹੜੇ ਹੈਗੇ। ਉਸ ਤੋਂ ਬਾਅਦ ਕਮਿਸ਼ਨ ਬਣਿਆ, ਜਸਟਿਸ ਕੁਲਦੀਪ ਸਿੰਘ ਦਾ ਕਮਿਸ਼ਨ ਬਣਿਆ, ਉਹਨਾਂ ਨੇ ਰਿਪੋਰਟਾਂ ਵੀ ਦਿੱਤੀਆਂ ਨੇ ਕਿ ਹਜ਼ਾਰਾਂ ਏਕੜ ਜ਼ਮੀਨ ਇੱਥੇ ਲੋਕਾਂ ਨੇ ਦੱਸੀ ਹੋਈ ਹੈ ਤੇ ਖਾਲੀ ਕਰਾਈ ਜਾਵੇ। ਲੇਕਿਨ ਉਹ ਫੈਸਲਾ ਜਿਹੜਾ ਹੈਗਾ ਕੋਰਟ ਹਾਈ ਕੋਰਟ ਦੇ ਕੇਸ ਚੱਲਦੇ ਨੇ ਪੈਂਡਿੰਗ ਜੀ ਇੰਪੋਰਟੈਂਟ ਮੁੱਦਾ ਹੈ ਜੀ, ਉਹ ਬੜਾ ਇੰਪੋਰਟੈਂਟ ਮੁੱਦਾ ਹੈ। ਇਸ ਤੋਂ ਬਿਨਾਂ ਸਰ ਇੱਕ ਹੋਰ ਸੁਪਰੀਮ ਕੋਰਟ ਨੇ ਜਸਟਿਸ ਕਾਰਜੂ ਨੇ, ਮਰਕੰਡੇ ਕਾਰਜੂ, ਉਹਨਾਂ ਨੇ ਇੱਕ ਫੈਸਲਾ ਕੀਤਾ ਸੀ, ਜਗਮਾਲ ਸਿੰਘ ਦੇ ਨਾਂ ਦਾ ਕੇਸ ਹੈਗਾ ਜੀ, ਉਹ ਹੈਗਾ ਰਿਗਾਰਡਿੰਗ ਪਿੰਡਾਂ ਦੇ ਵਿੱਚ ਟੋਭਿਆਂ ਦਾ। ਕਿਉਂਕਿ ਜਿੱਥੇ ਸ਼ਾਮਲਾ ਜ਼ਮੀਨ ਹੈ ਉੱਥੇ ਨਾਲ ਟੋਭੇ ਵੀ ਤੁਸੀਂ ਦੇਖੋਗੇ ਬਹੁਤ ਪਿੰਡਾਂ ਦੇ ਵਿੱਚ ਤਕਰੀਬਨ ਕਬਜ਼ੇ ਹੋਏ ਨੇ, ਲੋਕਾਂ ਨੇ ਦੱਬੇ ਹੋਏ ਨੇ, ਨਾਲ ਘਰ ਬਣਾ ਕੇ ਅੱਗੇ ਵੱਧ ਜਾਂਦੇ ਨੇ। ਉਹਦੇ ਵਿੱਚ ਵੀ ਉਹਨਾਂ ਨੇ ਆਰਡਰ ਕੀਤਾ ਕਿ ਸਾਰੇ ਟੋਭੇ ਖਾਲੀ ਕਰਾਏ ਜਾਣ, ਮਿਣਤੀ ਕਰਾਈ ਜਾਵੇ। ਲੇਕਿਨ ਕਈ ਮੁਸ਼ਕਲਾਂ ਇਹ ਹੁੰਦੀਆਂ ਨੇ ਜਿੱਥੇ ਟੋਭਿਆਂ ਦੀ ਮਿਣਤੀ ਕਿਤੇ ਹੈ ਨਹੀਂ, ਰਿਕਾਰਡ ਕਿਤੇ ਹੈ ਨਹੀਂ। ਤੇ ਹੁਣ ਮਾਨਯੋਗ ਹਾਈ ਕੋਰਟ ਨੇ ਇੱਕ ਇਹ ਵੀ ਫੈਸਲਾ ਕੀਤਾ ਕਿ ਸਾਰੇ ਪਿੰਡ ਦੇ ਪੰਜਾਬ ਦੇ ਸਾਰੇ ਟੋਭਿਆਂ ਦੀ ਮਿਣਤੀ ਕਰਕੇ ਉਹਨਾਂ ਦਾ ਜਿਹੜਾ ਹੈਗਾ ਪ੍ਰੋਪਰ ਤਰੀਕੇ ਨਾਲ ਰਿਕਾਰਡ ਬਣਾਇਆ ਜਾਵੇ। ਉਸ ਪਾਸੇ ਸਰਕਾਰ ਕੰਮ ਕਰ ਰਹੀ ਹੈਗੀ ਹੈ, ਚੱਲ ਰਿਹਾ। ਲੇਕਿਨ ਇਹ ਬਿਲਕੁਲ ਗੱਲ ਠੀਕ ਹੈ ਕਿ ਚੰਡੀਗੜ੍ਹ ਦੇ ਆਸ-ਪਾਸ ਬਹੁਤ ਜ਼ਮੀਨਾਂ ਨਜਾਇਜ਼ ਕਬਜ਼ੇ ਦੇ ਵਿੱਚ ਵੱਡੇ ਅਫਸਰਾਂ ਨੇ, ਲੀਡਰਾਂ ਨੇ ਕੀਤੇ ਹੋਏ ਨੇ, ਜਿਹੜੀਆਂ ਕਿ ਉਹ ਬਿਲਕੁਲ ਠੀਕ ਹੈ, ਕਾਨੂੰਨ ਦੀ ਉਲਝਣ 'ਚ ਫਸ ਜਾਂਦੀਆਂ ਨੇ, ਖਾਲੀ ਨਹੀਂ ਹੁੰਦੀਆਂ ਇਹਦੀਆਂ। ਜੀ ਯੈਸ, ਜਿਹੜਾ ਸਰ ਜੀ ਮੈਂ ਵਾਪਸ ਆਵਾਂਗਾ ਤੁਹਾਡੇ ਵੱਲ। ਮਾਵੀ ਸਾਹਿਬ ਵੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਹੈ। ਮਾਵੀ ਸਾਹਿਬ, ਤੁਸੀਂ ਤਾਂ ਪੰਚਾਇਤਾਂ ਦੀ ਨੁਮਾਇੰਦਗੀ ਕਰਦੇ ਹੋ, ਪੰਜਾਬ ਭਰ ਦੀਆਂ ਪੰਚਾਇਤਾਂ ਦੇ ਤੁਸੀਂ ਨੁਮਾਇੰਦੇ ਹੋ। ਜੋ ਗੱਲ ਸਵੈਜ ਜੀ ਨੇ ਕਹੀ ਹੈ, ਧਾਰਨੀ ਸਾਹਿਬ ਨੇ ਕਹੀ ਹੈ, ਤੇ ਹੁਣ ਮਾਮਲਾ ਆ ਕੇ ਕੈਬਨਿਟ ਮੰਤਰੀ ਨੇ ਜਿਸ ਤਰੀਕੇ ਨਾਲ ਬਾਲ ਗੋਪਾਲ ਜਿਹੜਾ ਹੈ ਗਊ ਬਸੇਰਾ ਟਰਸਟ ਬਣਾਇਆ ਹੈ, ਬਲੌਂਗੀ ਦੀ 10.4 ਏਕੜ ਜ਼ਮੀਨ ਟਰਸਟ ਦੇ ਨਾਂ ਦੇ ਉੱਤੇ ਲੈ ਕੇ ਬਹੁਤ ਵੱਡਾ ਵਿਵਾਦ ਖੜਾ ਹੋਇਆ। ਇਸ ਮੁੱਦੇ ਤੇ ਤੁਸੀਂ ਕਿਵੇਂ ਦੇਖਦੇ ਹੋ? ਸਿੱਧੂ ਸਾਹਿਬ, ਗੱਲ ਏਦਾਂ ਹੈ ਕਿ ਪੰਜਾਬ ਦੇ ਵਿੱਚ ਤਕਰੀਬਨ 33,000 ਏਕੜ ਤੋਂ ਜ਼ਿਆਦਾ ਜ਼ਮੀਨ ਹੈ ਜਿਹੜੀ ਉਹ ਨਜਾਇਜ਼ ਕਬਜ਼ਿਆਂ ਦੇ ਥੱਲੇ ਹੈ। ਉਹ ਕਬਜ਼ੇ ਜ਼ਿਆਦਾਤਰ ਸਿਆਸਤਦਾਨ ਜਿਹੜੀਆਂ ਵਧੀਆ ਜ਼ਮੀਨਾਂ, ਮਹਿੰਗੀਆਂ ਜ਼ਮੀਨਾਂ, ਉੱਥੇ ਸਿਆਸਤਦਾਨਾਂ ਦੇ ਕਬਜ਼ੇ ਹੋਏ ਨੇ, ਪੁਲਿਸ ਅਫਸਰਾਂ ਦੇ ਹੋਏ ਨੇ, ਤੇ ਜਿਹੜੇ ਸਿਵਲ ਦੇ ਅਫਸਰ ਹੈ ਉਹਨਾਂ ਦੇ ਵੀ ਕਬਜ਼ੇ ਹੋਏ ਨੇ। ਤੁਸੀਂ ਗੱਲ ਕੀਤੀ ਹੈ ਬਲੌਂਗੀ ਦੀ ਜ਼ਮੀਨ ਦੀ। ਇਸ ਤੋਂ ਪਹਿਲਾਂ 10 ਸਾਲ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ। ਇਸੇ ਜ਼ਮੀਨ ਦੇ ਉੱਤੇ ਇੱਥੇ ਹਲਕਾ ਇੰਚਾਰਜ ਸੀ ਬਲਵੰਤ ਸਿੰਘ ਰਾਮੂਵਾਲੀਆ ਜੀ, ਉਹਨਾਂ ਨੇ ਅੰਡਰ ਪ੍ਰੈਸ਼ਰ ਪੰਚਾਇਤ ਨੂੰ ਬਹੁਤ ਪ੍ਰੈਸ਼ਰ, ਪੁਲਿਸ ਰਾਹੀਂ ਵੀ ਤੇ ਉਹਨਾਂ ਨੂੰ ਸਸਪੈਂਡ ਕਰਨ ਰਾਹੀਂ ਵੀ, ਇਹਦਾ ਪਹਿਲਾਂ ਅਕਾਲੀ ਬੀਜੇਪੀ ਸਰਕਾਰ ਦੇ ਟਾਈਮ ਵੀ ਇੱਕ ਮਤਾ ਪਵਾਇਆ ਗਿਆ ਸੀ। ਉਹਨਾਂ ਨੇ ਇਹ ਕਿਹਾ, ਜਿਵੇਂ ਸਿੱਧੂ ਸਾਹਿਬ ਨੇ ਕਿਹਾ ਕਿ ਇੱਥੇ ਮੈਂ ਗਊਸ਼ਾਲਾ ਬਣਾਉਣੀ ਹੈ, ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਇੱਥੇ ਇੱਕ ਹਸਪੀਟਲ ਬਣਾਉਣਾ ਚਾਹੁੰਦਾ ਜਨਤਾ ਦੇ ਲਈ। ਲੇਕਿਨ ਉਸ ਟਾਈਮ ਪੰਚਾਇਤ ਨੇ ਬਹੁਤ ਵੱਡੀ ਲੜਾਈ ਲੜੀ ਤੇ ਸਰਪੰਚ ਬਹਾਦਰ ਸਿੰਘ ਦੇ ਉੱਤੇ ਇੱਕ ਦੋ ਝੁੱਗੀਆਂ ਉੱਥੇ ਟੈਂਪਰੇਰੀ ਬਣਾਈਆਂ ਹੋਈਆਂ ਸੀਗੀਆਂ ਲੇਬਰ ਵਾਲਿਆਂ ਦੀਆਂ। ਉਹਦੀ ਪਲੀ ਲੈ ਕੇ ਸਰਪੰਚ ਬਹਾਦਰ ਸਿੰਘ ਬਲੌਂਗੀ ਦੇ ਉੱਤੇ ਕੇਸ ਰਜਿਸਟਰਡ ਵੀ ਕਰਾਇਆ ਤੇ ਉਹ ਵਿਚਾਰਾ ਘਰੋਂ ਵੀ ਬੇਘਰ ਹੋਇਆ। ਲੇਕਿਨ ਉਹ ਟਾਈਮ ਤਾਂ ਬਚਾ ਲਿਆ, ਪਰ ਅੱਜ ਜੋ ਸਿੱਧੂ ਸਾਹਿਬ ਨੇ ਕੀਤਾ ਇਹ ਵੀ ਹੜੱਪਣ ਵਾਸਤੇ ਹੀ ਆ। ਆਪਾਂ ਪਿਛਲੇ ਸਮੇਂ ਦੇ ਵਿੱਚ ਵੀ ਦੇਖਿਆ ਕਿ ਸਰਕਾਰਾਂ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਫੋਕਲ ਪੁਆਇੰਟ ਬਣਾਏ, ਲੇਕਿਨ ਅੱਜ ਤੁਸੀਂ ਜਾ ਕੇ ਪੰਜਾਬ ਦੇ ਵਿੱਚ ਜਾ ਕੇ ਦੇਖੋ, ਉਹ ਜਿਹੜੇ ਫੋਕਲ ਪੁਆਇੰਟਾਂ ਦੀਆਂ ਜ਼ਮੀਨਾਂ ਸੀਗੀਆਂ ਜ਼ਿਆਦਾਤਰ ਜਾਂ ਤਾਂ ਨਸ਼ੇੜੀਆਂ ਦੇ ਅੱਡੇ ਬਣੇ ਨੇ, ਜਾਂ ਫਿਰ ਉਹ ਜਿਹੜੇ ਇਹ ਵੱਡੇ ਲੋਕ ਨੇ ਉਹਨਾਂ ਦੇ ਉੱਤੇ ਨਜਾਇਜ਼ ਕਬਜ਼ੇ ਕਰ ਲਏ। ਸੋ ਇਹ ਕਿਸੇ ਨੂੰ ਵੀ ਤੁਸੀਂ ਇੱਕ ਦੂਜੇ ਨੂੰ ਦੋਸ਼ ਨਹੀਂ ਦੇ ਸਕਦੇ। ਜਿੰਨੀਆਂ ਵੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰਾਂ ਆਈਆਂ, ਉਹ ਸਰਕਾਰੀ ਜ਼ਮੀਨ, ਪੰਚਾਇਤੀ ਜ਼ਮੀਨ ਦੇ ਉੱਤੇ ਕਬਜ਼ੇ ਕਰਨ ਵਾਲੇ ਪਾਸੇ ਨੂੰ ਜ਼ਿਆਦਾ ਵਧੇ ਆ। ਤੁਸੀਂ ਇਹ ਦੇਖ ਲਓ, ਜੇ ਕੋਈ ਅੱਜ MLA ਦੀ ਇਲੈਕਸ਼ਨ ਲੜਦਾ ਹੈ, 50 ਕਰੋੜ ਦਾ ਮਾਲਕ ਹੈ, ਤਾਂ ਉਹ 5 ਸਾਲਾਂ ਬਾਅਦ 1000 ਕਰੋੜ ਦਾ ਮਾਲਕ ਹੋ ਕੇ ਨਿਕਲਦਾ। ਉਹ ਕਿੱਥੋਂ ਆਉਂਦੇ ਨੇ? ਉਹ ਇਹੀ 2 ਨੰਬਰ ਦੀਆਂ ਜਿਹੜੀਆਂ ਕਬਜ਼ਿਆਂ ਦੀਆਂ ਜ਼ਮੀਨਾਂ ਦੱਬ ਕੇ
2 ਨੰਬਰ ਦੇ ਕੰਮ ਕਰਕੇ ਜੇ ਸਿੱਧੂ ਸਾਹਿਬ ਗਊਸ਼ਾਲਾ ਬਣਾਉਣੀ ਚਾਹੁੰਦੇ ਨੇ, ਮੇਰਾ ਖਿਆਲ ਹੈ 100-150 ਏਕੜ ਉਹਨਾਂ ਦੀ ਆਪਣੀ ਮੋਹਾਲੀ ਜ਼ਿਲ੍ਹੇ ਦੇ ਵਿੱਚ ਆਪਣੀ ਜੱਦੀ ਜ਼ਮੀਨ ਹੋਊਗੀ, ਜਿਹੜੀ ਖਰੀਦੀ ਹੋਈ ਜ਼ਮੀਨ ਆ ਉਹ ਹੋਊਗੀ, ਉਹਦੇ ਵਿੱਚ ਵੀ ਬਣਾ ਸਕਦੇ ਆ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਨੌਲੇਜ ਦੇਣੀ ਚਾਹੁੰਦਾ, ਮੋਹਾਲੀ ਜ਼ਿਲ੍ਹੇ ਦੇ ਵਿੱਚ ਵੱਡੇ ਵੱਡੇ ਬਿਲਡਰਾਂ ਨੇ ਕੰਮ ਕੀਤੇ ਆ। ਜਿਹੜੇ ਪਿੰਡਾਂ ਦੀਆਂ ਜ਼ਮੀਨਾਂ ਨੂੰ ਰਸਤੇ ਜਾਂਦੇ ਸੀ, ਤਕਰੀਬਨ ਪਿੱਛੇ ਜੇ ਇੱਕ ਰਿਪੋਰਟ ਆਈ ਸੀ, ਉਹ 558 ਏਕੜ ਜ਼ਮੀਨ ਹੈ ਜਿਹੜੀ ਪਿੰਡਾਂ ਦੇ ਰਸਤਿਆਂ ਦੀ ਹੈਗੀ ਹੈ, ਲੇਕਿਨ ਉਹਨਾਂ ਦੇ ਸਾਰਿਆਂ ਤੇ ਬਿਲਡਰਾਂ ਨੇ ਨਜਾਇਜ਼ ਕਬਜ਼ੇ ਕਰ ਲਏ। ਕਦੇ ਕਿਸੇ ਸਰਕਾਰ ਨੇ, ਨਾ ਅਕਾਲੀ ਦਲ ਨੇ ਦੇਖਿਆ ਤੇ ਨਾ ਇਹ ਕਾਂਗਰਸ ਨੇ ਗ੍ਰਾਮ ਪੰਚਾਇਤਾਂ ਨੂੰ ਇਹਨਾਂ ਦੇ ਕੋਈ ਜਿਹੜੇ ਜ਼ਮੀਨ ਦੇ ਪੈਸੇ ਆ ਉਹ ਦਿਵਾਉਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਪਿੱਛੇ ਮਾਫੀ ਸਾਹਿਬ ਇੱਕ ਛੋਟਾ ਜਿਹਾ, ਮਾਫੀ ਸਾਹਿਬ ਇੱਕ ਸਵਾਲ, ਮਾਫੀ ਸਾਹਿਬ ਜੀ ਮੇਰੀ ਆਵਾਜ਼ ਸੁਣ ਰਹੇ ਹੋ, ਇੱਕ ਛੋਟਾ ਜਿਹਾ ਸਵਾਲ ਮੈਂ ਲੈਣਾ ਚਾਹੁੰਦਾ ਹਾਂ। ਤੁਸੀਂ ਪੰਚਾਇਤਾਂ ਦੀ ਨੁਮਾਇੰਦਗੀ ਕਰਦੇ ਹੋ, ਆਪ ਵੀ ਜਿਹੜਾ ਸਰਪੰਚ ਹੋ, ਇੱਕ ਬੜਾ ਬੇਸਿਕ ਜਿਹਾ ਫਾਰਮੂਲਾ ਹੈ ਕਿ ਜਦੋਂ ਇਦਾਂ ਦੀ ਜ਼ਮੀਨ ਲੈਣੀ ਹੁੰਦੀ ਹੈ ਤਾਂ ਜਿਹੜਾ ਪੰਚਾਇਤ ਵੱਲੋਂ ਮਤਾ ਪਾਉਣਾ ਜ਼ਰੂਰੀ ਹੁੰਦਾ ਹੈ। ਜਦੋਂ ਪੰਚਾਇਤਾਂ ਸਹਿਮਤੀ ਤੇ ਫੇਰ ਹੀ ਕਰਦੀ ਜੀ, ਫਿਰ ਪੰਚਾਇਤਾਂ ਕਿਉਂ ਸਹਿਮਤੀ ਦਿੰਦੀਆਂ ਮਾਈ ਜੀ? ਮੈਂ ਸਿੱਧੂ ਸਾਹਿਬ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ, ਪੰਚਾਇਤ ਕੋਈ ਸਹਿਮਤੀ ਨਹੀਂ ਦਿੰਦੀ। ਜਦੋਂ ਉਹਨੂੰ ਚੱਕ ਕੇ ਕਿਤੇ ਹਵਾਲਾਟ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ, ਉਹਦੇ ਤੇ ਕੇਸ ਰਜਿਸਟਰਡ ਕੀਤੇ ਜਾਂਦੇ ਆ। ਸਾਰੇ ਸਰਪੰਚ ਤਾਂ ਦਲੇਰ ਨਹੀਂ ਹੁੰਦੇ, ਕਈ ਸਰਪੰਚ ਡਰਪੋਕ ਵੀ ਹੈਗਾ, ਉਹਨਾਂ ਦਾ ਅੰਡਰ ਪ੍ਰੈਸ਼ਰ ਉਹ ਮਤੇ ਪਵਾ ਲਿੱਤੇ ਜਾਂਦੇ ਆ ਜੀ। ਉਸ ਤੋਂ ਬਾਅਦ ਹੌਲੀ ਹੌਲੀ ਉਸ ਜ਼ਮੀਨ ਨੂੰ ਹੜੱਪ ਲਿਆ ਜਾਂਦਾ। ਓਕੇ, ਥੈਂਕ ਯੂ ਵੈਰੀ ਮਚ। ਜਿਹੜਾ ਬ੍ਰੇਕ ਤੋਂ ਪਹਿਲਾਂ ਮੈਂ ਧਾਨੀ ਸਾਹਿਬ ਇੱਕ ਸਵਾਲ ਤੁਹਾਡੇ ਤੋਂ ਵੀ ਲੈਣਾ ਚਾਹੁੰਦਾ ਹਾਂ। ਧਾਨੀ ਸਾਹਿਬ, ਤੁਹਾਡੇ ਤੋਂ ਪਹਿਲਾਂ ਮਾਵੀ ਸਾਹਿਬ ਨੇ ਕਿਹਾ, ਜਦੋਂ ਆਪਾਂ ਬਲੌਂਗੀ ਪਿੰਡ ਦੀ ਗੱਲ ਕਰਦੇ ਹਾਂ, ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਵੇਲੇ ਰਾਮੂਵਾਲੀਆ ਸਾਹਿਬ ਨੇ ਵੀ ਉੱਥੇ ਨਿੱਜੀ ਖੇਤਰ ਦਾ ਹਸਪਤਾਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਇਦਾਂ ਹੀ ਸਰਪੰਚ ਦੀ ਬਾਹ ਮਰੋੜਨ ਦੀ ਕੋਸ਼ਿਸ਼ ਕੀਤੀ ਗਈ। ਸੋ ਲੱਗਦਾ ਇਹ ਹੈ ਕਿ ਸਮਾਮ 'ਚ ਸਾਰੇ ਨੰਗੇ ਹੈ, ਚਾਹੇ ਅਕਾਲੀ ਦਲ ਹੈ ਚਾਹੇ ਕਾਂਗਰਸ ਹੈ। ਉਸੇ ਬਲੌਂਗੀ ਪਿੰਡ ਦੇ ਤੇ ਦੁਬਾਰਾ ਹੋਇਆ ਜਿਹੜਾ ਅਕਾਲੀ ਸਰਕਾਰ ਵੇਲੇ ਹੋਇਆ ਸੀ। ਜੀ ਧਾਰਨੀ ਜੀ। ਦੇਖੋ ਸਿੱਧੂ ਸਾਹਿਬ, ਗੱਲ ਇਹ ਹੈਗੀ ਹੈ ਕਿ ਰਾਮੂਵਾਲੀਆ ਸਾਹਿਬ ਨੇ ਜੇ ਉਹਦੇ ਲਈ ਕੋਈ ਅਪਲਾਈ ਕੀਤਾ ਹੋਊਗਾ, ਪਹਿਲਾਂ ਉਹਨਾਂ ਨੇ ਹਸਪਤਾਲ ਦੀ ਸੈਂਕਸ਼ਨ ਲੈਣੀ ਹੋਊਗੀ, ਫਿਰ ਉਸ ਤੋਂ ਬਾਅਦ ਹਸਪੀਟਲ ਬਣਾਉਣਾ ਹੋਊਗਾ। ਉਹ ਜਿਹੜਾ ਹੈਗਾ ਇੰਟਾਇਰਲੀ ਡਿਫਰੈਂਟ ਹੈਗਾ। ਇੱਕ ਲੋਕਾਂ ਦੀ ਭਲਾਈ ਵਾਸਤੇ ਇੱਕ ਕੰਮ ਕਰਨਾ, ਦੇਖੋ ਉਹਦੇ ਔਰ ਸਾਂਝੇ ਉਹ ਕਰਨਾ, ਇਹ ਮੇਰੀ ਨੌਲੇਜ 'ਚ ਨਹੀਂ ਹੈਗਾ। ਜਿਵੇਂ ਮਾਵੀ ਸਾਹਿਬ ਕਹਿ ਰਹੇ ਆ, ਜੇ ਉਹਨਾਂ ਨੇ ਆਪਣੇ ਜਾਤੀ ਤੌਰ ਤੇ ਨਿੱਜੀ ਨਾਂ ਦੇ ਉੱਤੇ ਉਹਨਾਂ ਨੇ ਹਸਪਤਾਲ ਬਣਾਉਣ ਦੀ ਗੱਲ ਕੀਤੀ ਹੈ ਤਾਂ ਇਹ ਟੋਟਲੀ ਇਹ ਵੀ ਗਲਤ ਹੈਗਾ। ਮੈਂ ਸਮਝਦਾ ਕਿ ਜੇ ਕੋਈ ਸਾਂਝਾ ਕੰਮ ਲੋਕ ਭਲਾਈ ਲਈ ਹੁੰਦਾ ਹੈਗਾ ਤਾਂ ਉਹ ਜਾਇਜ਼ ਹੈਗਾ। ਇਹ ਕਹਿ ਦੇਣਾ ਕਿ ਮੈਂ ਗਊਆਂ ਦੀ ਬੜੀ ਰੱਖਿਆ ਕਰੂੰਗਾ, ਅੱਗੇ ਕਦੇ 2 ਗਾਂ ਉਹਨਾਂ ਨੇ ਕਦੇ ਰੱਖੀਆਂ ਨਹੀਂ ਹੈਗੀਆਂ, ਔਰ ਪੰਜਾਬ ਸਰਕਾਰ ਗਊ ਸਾਰਾ ਹੁਣ ਤੱਕ ਖਾ ਚੁੱਕੀ ਹੈਗੀ ਹੈ। ਸੋ ਮੈਨੂੰ ਇਹ ਲੱਗਦਾ ਹੈਗਾ ਕਿ ਦੋਵਾਂ ਚੀਜ਼ਾਂ ਨੂੰ ਜੋੜਨਾ ਥੋੜਾ ਅਲੱਗ ਹੈਗਾ ਜੀ। ਇੱਕ ਹਸਪੀਟਲ ਔਰ ਇੱਕ ਗਊਸ਼ਾਲਾ ਬਣਾਉਣਾ। ਗਊਸ਼ਾਲਾ ਦਾ ਪਹਿਲੇ ਜ਼ਮੀਨਾਂ ਜਿਹੜੀਆਂ ਗਊ ਚਰਾਂਦਾ ਹੈਗੀਆਂ ਜੀ। ਜੀ ਧਾਨੀ ਸਾਹਿਬ, ਮੈਂ ਤੁਹਾਡੇ ਵੱਲ ਵਾਪਸ ਆਵਾਂਗਾ, ਆਪਾਂ ਨੂੰ ਟੈਕਨੀਕਲੀ ब्रेक लेनी पैनी है। लेने एक छोटी सी ब्रेक तो इसे मुद्दे ते आ रहे हैं वापस। ब्रेक तो बाद दर्शकों का मुड़ एक बार स्वागत है। ਧਾਨੀ ਜੀ, ब्रेक तो पहला जिस मुद्दे ते तुसी गल कर रहे सी, ਇਹ ਠੀਕ ਹੈ ਕਿ ਮੰਤਰੀ ਦਾ ਮਾਮਲਾ ਵੀ ਆ ਸਿੱਧੇ ਤੌਰ ਤੇ ਬਲੌਂਗੀ ਪਿੰਡ ਦੀ ਜ਼ਮੀਨ ਦੇ ਨਾਲ ਜੁੜਿਆ ਹੋਇਆ, ਪਰ ਜਿਹੜਾ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮਾ ਉਹਦੇ ਕੈਬਨਿਟ ਮੰਤਰੀ ਜਦੋਂ ਤੁਸੀਂ ਸ਼ੁਰੂ ਜ਼ਿਕਰ ਕੀਤਾ ਤੇਜਿੰਦਰ ਬਾਜਵਾ ਸਮੇਤ ਪੂਰਾ ਪੰਚਾਇਤੀ ਵਿਭਾਗ ਇਸ ਮੁੱਦੇ ਤੇ ਚੁੱਪ ਕਿਉਂ ਹੈ? ਔਰ ਮੇਰੇ ਕੋਲ ਧਾਨੀ ਸਾਹਿਬ ਉਹ ਪੱਤਰ ਹੈ ਜਿਹੜਾ ਖਰੜ ਦੇ ਜਿਹੜਾ ਹੈਗਾ ਵਿਕਾਸ ਅਫਸਰ ਵੱਲੋਂ ਸਰਪੰਚ ਨੂੰ ਲਿਖਿਆ ਗਿਆ ਹੈ ਕਿ ਬੜੀ ਦੇਰੀ ਹੋ ਗਈ ਹੈ, ਇਹ ਰਿਲੀਜ਼ ਡੇਟ ਨੂੰ ਛੇਤੀ ਪ੍ਰਵਾਨਗੀ ਦਿੱਤੀ ਜਾਏ। ਜੇ ਛੇਤੀ ਪ੍ਰਵਾਨਗੀ ਨਹੀਂ ਮਿਲੇਗੀ ਤਾਂ ਸਰਪੰਚ ਨੂੰ ਕਿਹਾ ਗਿਆ ਕਿ ਮੈਂ ਉੱਚ ਅਧਿਕਾਰੀਆਂ ਨੂੰ ਦੱਸਾਂਗਾ ਤੇ ਤੇਰੇ ਖਿਲਾਫ ਕਾਰਵਾਈ ਹੋਏਗੀ। ਇਹ ਖਰੜ ਦੇ ਵਿਕਾਸ ਅਫਸਰ ਮਹਿਕਮੇ ਦੇ ਅਧਿਕਾਰੀ ਵੱਲੋਂ ਇਹ ਪੱਤਰ ਲਿਖਿਆ ਗਿਆ ਸਰਪੰਚ ਨੂੰ। ਮੰਤਰੀ ਦਾ ਜ਼ਿੰਮੇਵਾਰ ਹਾਈ ਹੈ ਇਸ ਮਾਮਲੇ 'ਚ, ਪਰ ਪੂਰਾ ਪੰਚਾਇਤੀ ਵਿਭਾਗ ਸਮੇਤ ਮੰਤਰੀ ਦੇ ਚੁੱਪ ਕਿਉਂ ਹੈ ਇਸ ਮੁੱਦੇ ਤੇ? ਧਾਰਨੀ ਜੀ। ਦੇਖੋ, ਬੜੀ ਵਧੀਆ ਗੱਲ ਸਵੈ ਸਾਹਿਬ ਨੇ ਕੀਤੀ ਹੈ। ਸਵੈ ਸਾਹਿਬ ਨੇ ਜਸਟਿਸ ਕੁਲਦੀਪ ਸਿੰਘ ਜਿਹੜਾ ਕਮਿਸ਼ਨ ਬਣਿਆ ਕਿੰਨੀ ਦੱਸੇ ਕਿ ਉਹ ਕਿਹੜੇ ਮੈਂਬਰ ਸੀ ਤੇ ਉਹਨਾਂ ਮੈਂਬਰਾਂ ਨੇ ਜਿਹੜੀ ਰਿਪੋਰਟ ਦਿੱਤੀ ਸੀ ਉਹ ਰਿਪੋਰਟ ਕੀ ਸੀ। ਔਰ ਪੰਜਾਬ ਦੇ ਵਿੱਚ ਮੈਂ ਵੀ ਦੇਖੋ ਵਕੀਲ ਹੋਣ ਦੇ ਨਾਤੇ ਦੱਸਦਾ
ਕਿ ਪਿੱਛੇ ਜਿੰਨੀਆਂ ਮੁਸ਼ਤਰਕਾ ਮਾਲਕਾਨ ਜ਼ਮੀਨਾਂ ਸੀ ਇਹ ਡਾਇਰੈਕਟਰਾਂ ਦੇ ਨਾਲ ਰਲ ਕੇ ਕਿਵੇਂ ਆਪਣੇ ਨਾਂ ਦੇ ਉੱਤੇ ਕਰਾਈਆਂ ਗਈਆਂ, ਕਿਵੇਂ ਮੁੜ ਕੇ ਸੁਪਰੀਮ ਕੋਰਟ ਨੇ ਉਹਦੇ ਉੱਤੇ ਰੋਕ ਲਾਈ, ਕਿਵੇਂ ਪਹਿਲਾਂ ਜਿਹੜੀਆਂ ਸੀ ਉਹ ਕੌਣ ਬੰਦੇ ਸੀ, ਉਹ ਬਾਹਰ ਸੂਖ ਬੰਦੇ ਸੀ। ਔਰ ਉਹਨਾਂ ਦੇ ਵਿੱਚ ਮੈਂ ਜੇ ਪੁੱਛਣਾ ਚਾਹਾਂ ਤੇ ਜਿਹੜੀ ਕੈਪਟਨ ਸਾਹਿਬ ਅੱਜ ਕੋਠੀ ਪਾਈ ਬੈਠੇ ਹੈਗੇ ਸਿਸਮਾਂ ਦੇ ਵਿੱਚ, ਮੈਂ ਉਹ ਪੁੱਛਦਾ ਕਿ ਉਹ ਜਿਹੜੀ ਜ਼ਮੀਨ ਹੈਗੀ ਆ ਉਹ ਕਿਹਦੀ ਹੈਗੀ ਆ? ਉਹ ਵੀ ਮੁਸ਼ਤਰਕਾ ਮਾਲਕਾਨ ਹੀ ਜ਼ਮੀਨ ਹੈਗੀ ਹੈ। ਉਸ ਤੋਂ ਬਿਨਾਂ ਜੇ ਤੁਸੀਂ ਉੱਥੇ ਜਾਓਗੇ ਵੱਡੇ IAS ਅਫਸਰ, IPS ਅਫਸਰ, ਵੱਡੇ ਸਰਦਾਰ, ਵੱਡੇ ਮੰਤਰੀਆਂ ਦੇ ਵੱਡੇ ਫਾਰਮ ਹੈਗੇ ਆ। ਸੋ ਇਸ ਕਰਕੇ ਇਸ ਮੁਲਕ ਨੂੰ ਜਿਹੜੇ ਨਾ ਉਹ ਕਹਿੰਦੇ ਹੁੰਦੇ ਆ ਕਿ ਬਾੜ ਖੇਤ ਨੂੰ ਖਾਣ ਲੱਗੀ ਵੀ ਆ, ਜਿਹੜਾ ਆਉਂਦਾ ਬਿਲਕੁਲ ਇਹਨਾਂ ਦੀ ਮਾਵੀ ਸਾਹਿਬ ਦੀ ਗੱਲ ਸਹੀ ਹੈ ਕਿ ਅੱਜ ਆਉਂਦਾ ਹੀ ਮੰਤਰੀ ਹਰਬੰਸ ਲਾਲ ਵਰਗਾ ਵੀ 10,000 ਦੀ ਕਰੋੜ ਦੀ ਪ੍ਰਾਪਰਟੀ ਦਾ ਮਾਲਕ ਕਿਵੇਂ ਬਣ ਜਾਂਦਾ? ਜੀ ਤਾਂ ਨਹੀਂ ਜੀ, ਜਿਸ ਖੇਤਰ ਦੀ ਤੁਸੀਂ ਗੱਲ ਕਰ ਰਹੇ ਹੋ, CM ਦੇ ਜਿਹੜਾ ਹੈਗਾ ਫਾਰਮ ਹਾਊਸ ਦੀ ਗੱਲ ਕਰ ਰਹੇ ਹੋ, ਉਸ ਖੇਤਰ ਦੇ ਵਿੱਚ ਬਹੁਤ ਸਾਰੀਆਂ ਰਿਪੋਰਟਾਂ ਹੈਗੀਆਂ ਜਿਹੜੇ ਅਕਾਲੀ ਦਲ ਦੇ ਆਗੂ ਆ ਉਹਨਾਂ ਦੇ ਵੀ ਫਾਰਮ ਹਾਊਸ ਹੈ। ਧਾਰਨੀ ਸਾਹਿਬ ਦੀ ਉਹ ਗੱਲ ਕਰਦਾ ਜੀ, ਤੁਸੀਂ ਹੁਣ ਕੱਲੇ ਨੂੰ ਕਰਨ ਲੱਗ ਗਏ। ਮੈਂ ਕਹੀਏ ਨਾ ਅਫਸਰ ਵੀ ਹੈਗੇ ਆ, ਉਹ ਚੋਰ ਅਫਸਰ ਹੈਗੇ ਆ ਜਿਨ੍ਹਾਂ ਨੇ ਲੋਕਾਂ ਨੂੰ ਲੁੱਟ ਕੇ ਢਿੱਡ ਭਰੇ, ਉਸ ਤੋਂ ਬਾਅਦ ਉੱਥੇ ਫਾਰਮ ਹਾਊਸ ਬਣਾਏ, ਅੱਜ ਰਿਟਾਇਰ ਹੋ ਕੇ ਉੱਥੇ ਮੌਜਾਂ ਕਰਦੇ ਆ, ਕੋਠੀਆਂ ਚੰਡੀਗੜ੍ਹ ਦੇ ਵਿੱਚ ਹੈਗੀਆਂ। ਚਲੋ ਆਪਾਂ ਜਵਾਬ ਲੈਣੇ ਆ ਸੋਇਆ ਸਾਹਿਬ ਤੋਂ। ਸੋਇਆ ਜੀ, ਬਹੁਤ ਅਹਿਮ ਮੁੱਦਾ ਤੁਹਾਡੇ ਕਮੈਂਟਸ ਜਿਹੜੇ ਹੈਗੇ ਸਾਡੇ ਦਰਸ਼ਕ ਵੀ ਜਾਣਦੇ ਆ, ਤੁਹਾਡੇ ਕਮੈਂਟਸ ਹਮੇਸ਼ਾ ਪਾਰਦਰਸ਼ੀ ਹੁੰਦੇ ਆ। ਸਵਾਲ ਉਹੀ ਹੈ, ਬਹੁਤ ਵੱਡਾ ਸਵਾਲ ਹੈ ਜੀ, ਜਦੋਂ ਆਪਾਂ ਕੈਬਨਿਟ ਮੰਤਰੀ ਬਾਰੇ ਤੁਸੀਂ ਕਿਹਾ ਕਿ ਇਹਦੇ ਤੇ ਪੁਣਛਾਣ ਹੋਏਗੀ, ਜਾਂਚ ਹੋਏਗੀ, ਜੋ ਵੀ ਫੈਸਲਾ ਹੋਏਗਾ ਲੋਕਾਂ ਦੇ ਸਾਹਮਣੇ ਆਏਗਾ, ਬਿਲਕੁਲ ਸਹੀ। ਪਰ ਪੂਰਾ ਪੇਂਡੂ ਵਿਕਾਸ ਮਹਿਕਮਾ ਇਸ ਮੁੱਦੇ ਦੇ ਉੱਤੇ ਚੁੱਪ ਹੈ। ਆਖਿਰ ਕੋਈ ਮੰਤਰੀ ਦੀ ਪ੍ਰਵਾਨਗੀ ਦੀ ਲੋੜ ਪੈਂਦੀ ਹੈ ਕਿ ਨਹੀਂ ਪੈਂਦੀ, ਸੈਕਟਰੀ ਦੀ ਕਿਸੇ ਦੀ ਪ੍ਰਵਾਨਗੀ ਦੀ ਲੋੜ ਪੈਂਦੀ ਹੈ ਕਿ ਨਹੀਂ ਪੈਂਦੀ। ਮੇਰੇ ਕੋਲ ਪੱਤਰ ਹੈ ਜਿਹੜਾ ਸਾਰੇ ਮੀਡੀਆ 'ਚ ਵੀ ਹੋਏਗਾ ਕਿ ਜਿਹੜਾ ਖਰੜ ਦਾ ਜਿਹੜਾ ਵਿਕਾਸ ਅਫਸਰ ਹੈ ਉਹਦੇ ਵੱਲੋਂ ਜਦੋਂ ਮੈਂ ਕਿਹਾ ਕਿ ਸਰਪੰਚ ਨੂੰ ਲਿਖਿਆ ਗਿਆ ਕਿ ਲੀਜ਼ ਡੀਡ ਛੇਤੀ ਕਰਵਾ, ਨਹੀਂ ਤਾਂ ਕਿਉਂ ਨਾ ਤੇਰੇ ਖਿਲਾਫ ਜਿਹੜਾ ਸੀਨੀਅਰ ਪੱਧਰ ਤੇ ਕਾਰਵਾਈ ਹੋਏਗੀ। ਏਦਾਂ ਸਰਪੰਚਾਂ ਦੀਆਂ ਬਾਹਾਂ ਮਰੋੜ ਕੇ ਕਾਰਵਾਈਆਂ ਕਰਵਾਈਆਂ ਜਾਂਦੀਆਂ। ਸੋਇਆ ਸਾਹਿਬ ਸਿੱਧੂ ਸਾਹਿਬ ਏਦਾਂ ਹੈ, ਜਿਹੜੀਆਂ ਵੀ ਪੰਚਾਇਤਾਂ ਦੇ ਨਾਂ ਜ਼ਮੀਨਾਂ ਨੇ, ਜਿਹੜੀਆਂ ਪੰਚਾਇਤਾਂ ਦੇ ਨਾਂ ਹੋ ਗਈਆਂ ਤੇ ਰਿਕਾਰਡ ਦੇ ਵਿੱਚ ਮਾਲਕੀ ਦੇ ਖਾਨੇ ਵਿੱਚ ਪੰਚਾਇਤ ਜਿਹੜੀ ਹੈਗੀ ਹੈ ਬੋਲਦੀ ਹੈ, ਕਬਜ਼ੇ ਦੇ ਖਾਨੇ ਦੇ ਵਿੱਚ ਪੰਚਾਇਤ ਬੋਲਦੀ ਹੈਗੀ ਹੈ। ਉਹ ਜ਼ਮੀਨਾਂ ਜਿਹੜੀਆਂ ਹੈਗੀਆਂ ਉਹ ਪੰਚਾਇਤ ਜੇ ਵੇਚਣੀ ਚਾਹੇ ਜਾਂ ਕਿਸੇ ਨੂੰ ਟ੍ਰਾਂਸਫਰ ਕਰਨੀ ਚਾਹੇ ਤਾਂ ਸਰਕਾਰ ਦੀ ਮਨਜ਼ੂਰੀ ਤਾਂ ਲੈਣੀ ਪੈਂਦੀ ਹੈਗੀ ਹੈ। ਤੇ ਬਾਬੀ ਸਾਹਿਬ ਨੂੰ ਵੀ ਪਤਾ ਹੋਏਗਾ ਕਿਉਂਕਿ ਸਾਰੀਆਂ ਪੰਚਾਇਤਾਂ ਨੂੰ ਇੱਥੇ ਰਿਪਰੈਜ਼ੈਂਟ ਕਰ ਰਹੇ ਨੇ, ਸਰਪੰਚਾਂ ਨੂੰ। ਤੇ ਇਸ ਮਸਲੇ ਦੇ ਵਿੱਚ ਵੀ ਜਿਹੜਾ ਹੈਗਾ ਤੁਸੀਂ ਦੇਖਿਆ ਜੋ ਆ ਰਹੀਆਂ ਰਿਪੋਰਟਾਂ ਆ ਰਹੀਆਂ ਤੇ ਹੁੰਦਾ ਇਸੇ ਤਰ੍ਹਾਂ ਪ੍ਰੋਸੀਜਰ ਇਹੀ ਹੈਗਾ ਕਿ ਪੰਚਾਇਤ ਮਤਾ ਪਾਉਂਦੀ ਹੈਗੀ ਹੈ, ਉਹਦੀ ਫਿਰ BDO ਦੇ ਰਾਹੀਂ ਜਾ ਕੇ ਮਹਿਕਮਾ ਜਿਹੜਾ ਪੰਚਾਇਤ ਦਾ ਡਾਇਰੈਕਟਰ ਪੰਚਾਇਤ ਤੇ ਤੋਂ ਸੈਕਟਰੀ ਲੈਵਲ ਤੱਕ ਫਿਰ ਮਨਜ਼ੂਰੀ ਹੈ ਜਿਹੜੀ ਸਰਕਾਰ ਦਿੰਦੀ ਹੈਗੀ ਹੈ ਤੇ ਕਾਰਵਾਈ ਤਾਂ ਇੱਦਾਂ ਹੋ ਜਾਂਦੀ ਹੈਗੀ ਹੈ। ਲੇਕਿਨ ਇੱਕ ਜਿਹੜਾ ਪੰਚਾਇਤੀ ਰਾਜ ਐਕਟ ਹੈਗਾ ਤੇ ਇੱਕ ਪੰਜਾਬ ਵਿਲੇਜ ਕਾਮਨ ਲੈਂਡ ਐਕਟ ਹੈਗਾ, ਇਹ ਦੋ ਕਾਨੂੰਨ ਨੇ ਜੀ ਜਿਹਦੇ ਵਿੱਚ ਪੰਚਾਇਤੀ ਰਾਜ ਦੇ ਐਕਟ ਦੇ ਵਿੱਚ ਪੰਚਾਇਤਾਂ ਨੂੰ ਜਿਹੜੀਆਂ ਪਾਵਰਾਂ ਨੇ, ਪੰਚਾਇਤ ਜੋ ਚਾਹੇ ਉਹ ਕਰੇ, ਮਤੇ ਪਾਉਣ ਤੋਂ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ, ਬਿਨਾਂ ਮਤੇ ਪਾਉਣ ਤੋਂ ਬਿਨਾਂ। ਲੇਕਿਨ ਜੋ ਤੁਸੀਂ ਗੱਲ ਕਰ ਰਹੇ ਹੋ ਕਿ ਸਰਕਾਰ ਦਾ ਪ੍ਰੈਸ਼ਰ ਹੁੰਦਾ, ਬਿਲਕੁਲ ਠੀਕ ਤੁਹਾਡੀ ਗੱਲ ਹੈਗੀ ਹੈ। ਮੌਕੇ ਸਰਕਾਰ ਜਿਹੜੀ ਹੈਗੀ ਹੈ ਉਹ ਕਈ ਤਰ੍ਹਾਂ ਜਿਹੜੀਆਂ ਹੈਗੀਆਂ ਉਹ ਕਈ ਤਰ੍ਹਾਂ ਦੇ ਹਿਸਾਬ ਨਾਲ ਪ੍ਰੈਸ਼ਰ ਪੈਂਦਾ ਹੈਗਾ। ਲੇਕਿਨ ਅਗਰ ਪੰਚਾਇਤਾਂ ਸਟਰੋਂਗ ਜਿਹੜੇ ਹੈਗਾ ਸਟੈਂਡ ਲੈਣ ਤੇ ਜਿਵੇਂ ਪੰਚਾਇਤ ਯੂਨੀਅਨ ਬਣੀਆਂ ਹੋਈਆਂ ਨੇ, ਉਹ ਵੀ ਯੂਨੀਅਨ ਜਿਹੜੀਆਂ ਹੈਗੀਆਂ ਉਹ ਆਪਣੇ ਤੌਰ ਤੇ ਜਿਹੜੀਆਂ ਹੈ ਇੱਕ ਦੂਜੇ ਦੀ ਹੈਲਪ ਕਰਨ ਕਿ ਪੰਚਾਇਤ ਸਟੈਂਡ ਲਵੇ ਤਾਂ ਕਿਸੇ ਦੀ ਸਰਕਾਰੀ ਅਫਸਰ ਦੀ ਜਾਂ ਕਿਸੇ ਸਰਕਾਰ ਦੀ ਵੀ ਜਿਹੜੀ ਹੈਗੀ ਹੈ ਕੋਈ ਪਾਵਰ ਇਦਾਂ ਦੀ ਨਹੀਂ ਹੈਗੀ ਕਿ ਕੋਈ ਪੰਚਾਇਤ ਨੂੰ ਮਜਬੂਰ ਕੀਤਾ ਜਾ ਸਕੇ। ਅਗਰ ਪੰਚਾਇਤ ਸਟੈਂਡ ਲੈ ਲਵੇ ਤਾਂ ਸਰਕਾਰ ਵੀ ਨਹੀਂ ਜ਼ਮੀਨ ਦੇ ਸਕਦੀ, ਬਿਲਕੁਲ ਨਹੀਂ ਦੇ ਸਕਦੀ। ਸੋ ਇੱਥੇ ਆਪਣੇ ਮਜ਼ਬੂਤ ਬਣਨਾ ਚਾਹੀਦਾ ਹੈਗਾ। ਹਾਂ, ਕਿਤੇ ਹੁੰਦਾ ਇਹ ਹੈਗਾ ਜਿੱਥੇ ਸਰਪੰਚ ਹੀ ਸਰਕਾਰ ਦੀ ਮਦਦ ਨਾਲ ਬਣੇ ਹੋਣ, ਸਰਕਾਰ ਕੀ ਆਪਾਂ ਨੂੰ ਪਤਾ ਹੀ ਇਲੈਕਸ਼ਨ ਦੇ ਵਿੱਚ ਕੀ ਹੁੰਦਾ ਹੈਗਾ ਜੀ, ਉੱਥੇ ਮੁਸ਼ਕਲ ਆਉਂਦੀ ਹੈ। ਸਰ ਜੀ ਇੱਕ ਸਵਾਲ ਜਿਹੜਾ ਸਰ ਅਹਿਮ ਸਵਾਲ ਹੈ, ਦਰਸ਼ਕਾਂ ਦੀ ਜਾਣਕਾਰੀ ਦੇ ਲਈ ਮੈਂ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗਾ। ਬਿਲਕੁਲ ਤੁਸੀਂ ਕਹਿ ਰਹੇ ਕਿ ਪੰਚਾਇਤਾਂ ਮਜ਼ਬੂਤ ਹੋਣੀਆਂ ਚਾਹੀਦੀਆਂ, ਪੰਚਾਇਤਾਂ ਦੇ ਪੈਰ ਕਿਵੇਂ ਥੜਕਦੇ ਹੈ। ਤੁਸੀਂ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਦੀ ਗੱਲ ਕੀਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ, ਉਹਦੇ ਲਈ ਸਰ ਬਕਾਇਦਾ ਜਿਹੜੀ ਇੱਕ ਕਮੇਟੀ ਬਣੀ
ਜਿਹਦੇ ਚ ਤ੍ਰਿਪਤਰਿੰਦਰ ਬਾਜਵਾ ਕੈਬਨਿਟ ਮੰਤਰੀ, ਜਿਹਦੇ ਚ ਨਵਜੋਤ ਸਿੱਧੂ ਤੇ ਇੱਕ ਅੱਧ ਕੋਈ ਹੋਰ ਨੇਤਾ ਸੀ। ਉਹਨਾਂ ਦੇ ਨਾਲ 3 ਸਰ ਅਧਿਕਾਰੀਆਂ ਦੀ ਟੀਮ ਬਣਾਈ ਗਈ, ਜਿਨ੍ਹਾਂ ਦਾ ਕੰਮ ਇਹ ਸੀਗਾ ਕਿ ਇਸ ਖੇਤਰ ਦੇ ਵਿੱਚ ਸਾਰੇ ਜਿੱਥੇ ਜਿੱਥੇ ਪੰਚਾਇਤ ਦੀਆਂ ਜ਼ਮੀਨਾਂ ਸਰਕਾਰੀ ਜ਼ਮੀਨਾਂ ਹੈ ਉਹਨਾਂ ਨੂੰ ਆਇਡੈਂਟੀਫਾਈ ਕਰਿਆ ਜਾਵੇ, ਨਿਸ਼ਾਨਦੇਹੀ ਕੀਤੀ ਜਾਵੇ ਤਾਂ ਕਿ ਉਹਨਾਂ ਤੇ ਕਬਜ਼ੇ ਨਾ ਹੋਣ। ਸਰ ਉਹ ਕਿੱਧਰ ਗਈ ਜਿਹੜੀ ਕਿ ਤ੍ਰਿਪਤਰਿੰਦਰ ਬਾਜਵਾ ਤੇ ਨਵਜੋਤ ਸਿੱਧੂ ਵੀ ਜਿਹੜੇ ਆਪਣੇ ਆਪ ਨੂੰ ਬਹੁਤ ਅੱਜ ਕੱਲ ਅੱਗੇ ਆ ਕੇ ਸੱਚ ਤੇ ਹੱਕ ਦੀ ਆਵਾਜ਼ ਦੀ ਗੱਲ ਕਰਦੇ ਆ, ਉਹ ਕਮੇਟੀ ਦੀ ਰਿਪੋਰਟ ਕਿੱਧਰ ਗਈ? ਜਿਹੜੇ ਅਧਿਕਾਰੀ ਲਾਏ ਸੀ ਉਹ ਕੋਈ ਕਿਤੇ ਤੁਰਿਆ ਫਿਰਦਾ ਜੀ, ਕਿਤੇ ਕੋਈ ਤੁਰਿਆ ਫਿਰਦਾ ਹੈ। ਸੋ ਸਰ ਮੈਂ ਸਵਾਲ ਇਹ ਲੈਣਾ ਚਾਹੁੰਦਾ ਹਾਂ ਕਿ ਜਦ ਤੱਕ ਪੋਲੀਟੀਕਲ ਬਿੱਲ ਨਹੀਂ ਹੋਏਗੀ ਤਦ ਤੱਕ ਇਹ ਮਸਲੇ ਹੱਲ ਨਹੀਂ ਹੋ ਸਕਦੇ, ਨਾ ਪੰਚਾਇਤਾਂ ਹੱਲ ਕਰ ਸਕਦੀਆਂ ਨਾ ਹੀ ਕੋਈ ਅਧਿਕਾਰੀ ਹੱਲ ਕਰ ਸਕਦਾ, ਕਿਉਂਕਿ ਇਹਦੇ ਤੇ ਪੋਲੀਟੀਕਲ ਬਿੱਲ ਦੀ ਜ਼ਰੂਰਤ ਹੈ। ਜਿਵੇਂ ਪੰਜਾਬੀ ਚ ਕਹਿੰਦੇ ਆ, ਸ਼ਬਦ ਦਾ ਬੜਾ ਮਾੜਾ ਪਰ ਹੈ ਸਹੀ, ਜੇ ਚੋਰ ਤੇ ਕੁੱਤੀ ਰਲੇ ਹੋਣਗੇ ਤਾਂ ਜੀ ਨਾ ਤਾਂ ਫਿਰ ਚੋਰੀ ਹੋਏਗੀ ਸਵੈ ਜੀ। ਦੇਖੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਪੋਲੀਟੀਕਲ ਵਿਲ ਦੀ ਲੋੜ ਹੁੰਦੀ ਹੈ। ਕੋਈ ਵੀ ਕੰਮ ਜਿਹੜਾ ਹੋਵੇ, ਖਾਸ ਕਰ ਐਡਾ ਔਖਾ ਕੰਮ ਜਿਹੜਾ ਹੋਵੇ, ਉਹ ਪੋਲੀਟੀਕਲ ਵਿਲ ਤੋਂ ਬਿਨਾਂ ਨਹੀਂ ਹੋ ਸਕਦਾ। ਲੇਕਿਨ ਸਰ ਮੁਸ਼ਕਲ ਕਿੱਥੇ ਹੈਗੀ ਹੈ, ਇਹ ਵੀ ਮੈਂ ਬਤੌਰ ਵਕੀਲ ਹੀ ਗੱਲ ਕਰ ਰਿਹਾ ਕਿ ਜਿਹੜੇ ਪੰਚਾਇਤਾਂ ਦੀਆਂ ਜ਼ਮੀਨਾਂ ਨੇ, ਸ਼ਾਮਲਾਤ ਨੇ, ਮੁਸ਼ਤਰਕੇ ਨੇ, ਇਹ ਇੰਨੇ ਗੁੰਝਲਦਾਰ ਇਸ਼ੂ ਨੇ, ਕਿੰਨੀਆਂ ਗੁੰਝਲਾਂ ਨੇ ਇਹਦੇ ਵਿੱਚ, ਤੇ ਉਹ ਸਾਰੀਆਂ ਜਿਹੜੀਆਂ ਫਿਰ ਕੋਰਟਾਂ ਦੇ ਵਿੱਚ ਲਿਟੀਗੇਸ਼ਨ ਤੇ ਫਸ ਜਾਂਦੀਆਂ ਨੇ। ਤੁਸੀਂ ਦੇਖੋਗੇ ਹਜ਼ਾਰਾਂ ਕੇਸ ਪਏ ਨੇ ਜੀ, ਅਜੇ ਵੀ ਹਾਈ ਕੋਰਟ ਪੰਚਾਇਤਾਂ ਦੀ ਜ਼ਮੀਨ ਦੇ ਪਏ ਨੇ, ਵੰਡ ਦੇ ਪਏ ਨੇ, ਜਿਹੜੇ ਜਿੱਥੇ ਵੰਡ ਹੋਈਆਂ ਜ਼ਮੀਨਾਂ ਉੱਥੇ ਦੇ ਪਏ ਨੇ, ਨਜਾਇਜ਼ ਕਬਜ਼ਿਆਂ ਦੇ ਕੇਸ ਪਏ ਨੇ। ਸੋ ਤੁਸੀਂ ਕੋਸ਼ਿਸ਼ ਕਰਦੇ ਕਰਦੇ ਵੀ ਕਿਤੇ ਨਾ ਕਿਤੇ ਜਾ ਕੇ ਕੋਰਟ ਜਿਹੜੀ ਹੈਗੀ ਆ ਉਹਦੇ ਵਿੱਚ ਫਸ ਜਾਂਦੇ ਨੇ ਕੇਸ ਜਾ ਕੇ। ਇਸੇ ਕਰਕੇ ਜਿਹੜੀ ਹੈਗੀ ਹੈ ਕਾਫੀ ਹੱਦ ਤੱਕ ਕੰਮ ਨਹੀਂ ਹੁੰਦਾ ਹੈ। ਦੂਜੀ ਗੱਲ ਜਿਹੜੀ ਹੈਗੀ ਹੈ, ਬਿਲਕੁਲ ਪੋਲੀਟੀਕਲ ਪ੍ਰੈਸ਼ਰ ਜਿਹੜਾ ਹੈਗਾ ਉਹ ਵੀ ਕਿਤੇ ਨਾ ਕਿਤੇ ਅਨਫੋਰਚੂਨੇਟ ਹੈਗਾ। ਦੇਖੋ ਇਹ ਸਾਰੀਆਂ ਪੋਲੀਟੀਕਲ ਪਾਰਟੀ ਸੋਚਣਾ ਚਾਹੀਦਾ, ਸਾਰੀਆਂ, ਮੈਂ ਨਹੀਂ ਕਹਿੰਦਾ ਕਿ ਕਾਂਗਰਸ ਪਾਰਟੀ, ਸਾਰੀ ਪੋਲੀਟੀਕਲ ਕਲਾਸ ਨੂੰ ਚਾਹੀਦਾ ਕਿ ਇੱਕ ਐਗਜ਼ਾਮਪਲ ਸੈੱਟ ਕਰਨ ਚਾਹੀਦੀ ਸਾਨੂੰ, ਕਿ ਤੁਸੀਂ ਖੁਦ ਆਪਣੇ ਆਪ ਨੂੰ ਸਾਫ਼ ਹੋ ਕੇ ਨਿਕਲੋ ਵਿੱਚੋਂ, ਤਾਂ ਕਿ ਬਾਕੀਆਂ ਬਾਤ ਤੁਸੀਂ ਐਕਸ਼ਨ ਲੈ ਸਕੋ। ਜੇ ਪੋਲੀਟੀਕਲ ਲੀਡਰ ਆਪ ਹੀ ਕਬਜ਼ੇ ਕਰੀ ਜਾਣਗੇ, ਆਪ ਹੀ ਜਿਹੜੇ ਹੈਗੇ ਆ ਜ਼ਮੀਨਾਂ ਦੇ ਲੋਕਾਂ ਦੀ ਏਦਾਂ ਐਲੀਗੇਸ਼ਨ ਲੱਗਣਗੀਆਂ, ਇਤਰਾਜ਼ ਲੱਗਣਗੀਆਂ, ਮੈਂ ਨਹੀਂ ਕਹਿੰਦਾ ਇਨਕੁਆਇਰੀ ਵਿੱਚ ਨਿਕਲਦਾ ਹੈ, ਲੇਕਿਨ ਇਲਜ਼ਾਮ ਲੱਗਦੇ ਨੇ। ਇੱਦਾਂ ਦਾ ਕਲਾਸ ਹੋਵੇ ਜਿਹੜੀ ਹੈਗੀ ਹੈ, ਸਾਰੇ ਪੋਲੀਟੀਕਲ ਜਿਹੜੀ ਪਾਰਟੀਜ਼ ਹੈਗੇ, ਸਾਰੇ ਲੀਡਰ, ਕਿਉਂਕਿ ਅਫਸਰ ਵੀ ਤੁਹਾਡੇ ਕੋਲ ਤਾਂ ਹੀ ਡਰਨਗੇ ਜੇਕਰ ਤੁਸੀਂ ਪੋਲੀਟੀਕਲ ਕਲਾਸ ਜਿਹੜੀ ਹੈਗੀ ਉਹ ਸਾਫ਼ ਸੁਥਰੀ ਆ ਕੇ ਰਹੇਗੀ। ਥੈਂਕ ਯੂ ਸਰ, ਜਿਹੜਾ ਜੀ ਸਰ ਜੀ ਲੈਵਲ ਤੇ ਕਰਨ ਦੀ ਲੋੜ ਹੈਗੀ ਹੈ, ਆਪਾਂ ਉਮੀਦ ਹੀ ਕਰ ਸਕਦੇ ਹਾਂ ਜੀ। ਓਕੇ, ਥੈਂਕ ਯੂ ਮਾਵੀ ਸਾਹਿਬ, ਤੁਸੀਂ ਸਵਾਲ ਵੀ ਸੁਣਿਆ, ਜਵਾਬ ਵੀ ਸੁਣਿਆ ਸਵੈਜ ਜੀ ਦਾ। ਇਸ ਮੁੱਦੇ ਤੇ ਕੀ ਕਹਿਣਾ ਚਾਹੋਗੇ? ਕਮੇਟੀਆਂ ਵੀ ਬਣਦੀਆਂ, ਸਾਰਾ ਕੁਝ ਬਣਦਾ, ਮੰਤਰੀਆਂ ਦੀਆਂ ਕਮੇਟੀਆਂ ਵੀ, ਅਧਿਕਾਰੀਆਂ ਦੀਆਂ ਵੀ, ਜੇ ਪੋਲੀਟੀਕਲ ਵਿਲ ਹੀ ਨਹੀਂ ਹੈਗੀ ਤਾਂ ਮਾਮਲਾ ਕਿਸੇ ਬੰਨੇ ਨਹੀਂ ਪਹੁੰਚਦਾ। ਮਾਵੀ ਸਾਹਿਬ। ਸਿੱਧੂ ਸਾਹਿਬ, ਗੱਲ ਤਾਂ ਇਹ ਹੈ, ਕੋਈ ਵੀ ਬੰਦਾ ਰਾਜਨੀਤੀ ਚ ਆਉਂਦਾ ਹੈ, ਭਾਵੇਂ ਉਹ ਸਰਪੰਚ ਬਣਦਾ, MLA ਬਣਦਾ ਜਾਂ ਫਿਰ MP ਬਣਦਾ, ਉਹ ਲੋਕ ਭਲਾਈ ਤੇ ਸਾਡੇ ਦੇਸ਼ ਦੀ ਡਿਵੈਲਪਮੈਂਟ, ਸਾਡੇ ਸੂਬੇ ਦੀ ਡਿਵੈਲਪਮੈਂਟ ਵਾਸਤੇ ਲੋਕ ਉਹਨੂੰ ਚੁਣਦੇ ਨੇ। ਪਰ ਅੱਜ ਸਿਸਟਮ ਏਦਾਂ ਦਾ ਹੋ ਚੁੱਕਿਆ ਹੈ, ਜਿਹਨੂੰ ਵੀ ਅਸੀਂ ਚੁਣ ਕੇ ਲਿਆਉਂਦੇ ਆ ਉਹਦੇ ਚੋਂ ਜ਼ਿਆਦਾਤਰ ਮਾਫੀਆ ਬਣ ਚੁੱਕੇ ਨੇ। ਭਾਵੇਂ ਉਹ ਰੇਤ ਮਾਫੀਆ ਹੋਵੇ, ਸ਼ਰਾਬ ਮਾਫੀਆ ਹੋਵੇ, ਭੋ ਮਾਫੀਆ ਹੋਵੇ। ਇਸੇ ਤਰ੍ਹਾਂ ਹੀ ਜਿਹੜਾ ਹੁਣ ਤੁਸੀਂ ਗਊਸ਼ਾਲਾ ਦੀ ਗੱਲ ਕਰ ਰਹੇ ਹੋ, ਇਹ ਵੀ ਇੱਕ ਮਾਫੀਆ ਹੈ। ਇਹਦੇ ਵਿੱਚ ਇਹ ਹੈ, ਤੁਸੀਂ ਕਿਸੇ ਵੀ ਗਊਸ਼ਾਲਾ ਦੇ ਵਿੱਚ ਚਲੇ ਜਾਓ, ਜਿਹੜੇ ਦੁੱਧ ਦੇਣ ਵਾਲੇ ਪਸ਼ੂ ਆ ਉਹ ਗਊਸ਼ਾਲਾ ਦੇ ਵਿੱਚ ਹੈਗੇ ਆ, ਭਾਵੇਂ ਉਹਨਾਂ ਨੇ ਆਪਣੇ ਨਿੱਜੀ ਟਰਸਟ ਵੀ ਬਣਾ ਲਏ। ਜਿਹੜੇ ਅਵਾਰਾ ਪਸ਼ੂ ਨੇ ਉਹ ਸਾਰੇ ਹੀ ਸੜਕਾਂ ਤੇ ਤੁਰੇ ਫਿਰਦੇ ਨੇ, ਲੋਕ ਉਹਨਾਂ ਦੇ ਵਿੱਚ ਵੱਜ ਕੇ ਮਰ ਰਹੇ ਨੇ, ਉਹਨਾਂ ਨੂੰ ਕੋਈ ਸੰਭਾਲਦਾ ਨਹੀਂ ਹੈ। ਜੇ ਗਊਸ਼ਾਲਾ ਤੋਂ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਸਰਕਾਰ ਤੋਂ ਫੰਡ ਆਉਂਦਾ ਟਰਸਟ ਨੂੰ, ਉਹ ਵੀ ਹੜਪ ਜਾਂਦੇ ਨੇ। ਜਿਹੜਾ ਉੱਥੇ ਗਊਆਂ ਰੱਖੀਆਂ ਦੁੱਧ ਦੇਣ ਵਾਲੀਆਂ, ਇੱਕ ਇਹਨਾਂ ਦਾ ਦੁੱਧ ਵਿਕਦਾ। ਸੋ ਇਹਦੇ ਬਾਰੇ ਮੇਰਾ ਖਿਆਲ ਹੈ ਵੀ ਸਰਕਾਰਾਂ ਨੂੰ ਗੌਰ ਕਰਨੀ ਚਾਹੀਦੀ ਹੈ। ਜਿਹੜੀ ਗੱਲ ਪੰਚਾਇਤੀ ਜ਼ਮੀਨਾਂ ਦੀ ਹੈਗੀ ਹੈ ਕਿ ਪੰਚਾਇਤੀ ਜ਼ਮੀਨਾਂ ਹੜੱਪੀਆਂ ਜਾ ਰਹੀਆਂ, ਕਮਿਸ਼ਨ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਨੇ ਸਾਰਾ ਕਲੀਅਰ ਕਰਤਾ ਕਿ ਕਿਵੇਂ ਦੱਬੀਆਂ। ਉਹ ਤੋਂ ਬਾਅਦ ਇੱਕ ਸਿੱਟ ਬਣਾਤੀ। ਇੱਕ ਸਾਡੇ ਸਰਕਾਰਾਂ ਨੂੰ ਬੜਾ ਸੌਖਾ ਜਿਹਾ ਕੰਮ ਮਿਲਿਆ ਹੋਇਆ ਹੈ, ਜੇ ਕਿਸੇ ਮੁੱਦੇ ਨੂੰ ਦਬਾਉਣਾ ਹੈ ਤਾਂ ਉਹਦੇ ਲਈ ਇੱਕ ਸਿੱਟ ਬਣਾ ਦਿਓ। ਅੱਜ ਤੱਕ ਮੇਰਾ ਖਿਆਲ ਹੈ ਕਿੰਨੀਆਂ ਸਿੱਟਾਂ ਬਣੀਆਂ ਹੈ ਪੰਜਾਬ ਦੇ ਵਿੱਚ, ਉਹਦਾ ਰਿਜ਼ਲਟ ਕੋਈ ਨਹੀਂ ਨਿਕਲਿਆ। ਸਾਰੀਆਂ ਦੀਆਂ ਸਾਰੀਆਂ ਉਹ ਮੁੱਦੇ ਦਬਾਉਣ ਵਾਸਤੇ ਹੀ ਹੈ, ਨਾ ਕਿ ਉਹਨਾਂ ਨੂੰ ਉਜਾਗਰ ਕਰਨ ਵਾਸਤੇ। ਇਹ ਜਦੋਂ ਤੱਕ ਇਹਨਾਂ ਦਾ ਅਫਸਰਸ਼ਾਹੀ ਦਾ ਤੇ ਸਿਆਸਤਦਾਨਾਂ ਦਾ ਇੱਕ ਨੈਕਸਸ ਨਹੀਂ ਟੁੱਟਦਾ, ਇਹਨਾਂ ਦਾ ਗੱਠਜੋੜ ਨਹੀਂ ਟੁੱਟਦਾ, ਤਾਂ ਇਹ ਜ਼ਿਆਦਾਤਰ ਮਾਫੀਆ ਦਾ ਹੀ ਕੰਮ ਕਰਨਗੇ। ਇਹ ਲੋਕ ਭਲਾਈ ਦੇ ਵਿੱਚ
ਥੈਂਕ ਯੂ। ਧਾਰਨੀ ਸਾਹਿਬ, ਤੁਸੀਂ ਕਮੈਂਟਸ ਦੇਣਾ ਚਾਹੁੰਦੇ ਸੀ ਇਸੇ ਮੁੱਦੇ ਦੇ ਉੱਤੇ। ਧਾਰਨੀ ਜੀ। ਬਿਲਕੁਲ ਸਹੀ ਗੱਲ ਹੈ ਜੀ ਕਿ ਜਿਹੜੀ ਮਾਵੀ ਸਾਹਿਬ ਨੇ ਗੱਲ ਕੀਤੀ ਹੈਗੀ ਆ ਕਿ ਇੱਕ ਨੈਕਸਸ ਬਣਿਆ ਵਾ। ਔਰ ਦੂਜੀ ਗੱਲ, ਤੁਸੀਂ ਪੋਲੀਟੀਕਲ ਵਿਲ ਦੀ ਗੱਲ ਕੀਤੀ ਸੀ। ਪੋਲੀਟੀਕਲ Yes. ਵਿਲ ਹੈ ਜਿਹੜੀ, ਔਰ ਲੈਂਡ ਰਿਕਾਰਡ ਦੀ ਜੇ ਆਪਾਂ ਗੱਲ ਕਰੀਏ ਤਾਂ ਬਿਲਕੁਲ ਕਲੀਅਰ ਪਿਆ ਹੈਗਾ। ਮੈਂ ਇਹ ਦੱਸਣਾ ਚਾਹੁੰਦਾ ਕਿ ਆਪਾਂ ਕੱਲਾ ਸਰਕਾਰਾਂ ਨੂੰ ਕਿਤੇ ਕਹੀ ਜਾਈਏ, ਹਰ ਪਿੰਡ ਦੇ ਵਿੱਚ ਜਿਹਦਾ ਘਰ ਟੋਬੇ ਦੇ ਨਾਲ ਲੱਗਦਾ ਉਹਨੇ ਟੋਬਾ ਦੱਬਿਆ ਵਾ। ਔਰ ਨੰਬਰ 2 ਤੇ ਰੈਵਨਿਊ ਰਿਕਾਰਡ ਦੇ ਵਿੱਚ ਤੁਹਾਡੇ ਕੋਲ ਪਿਆ ਵੀ ਇੰਨੇ ਕਨਾਲ ਇੰਨੇ ਮਰਲੇ ਦਾ ਟੋਬਾ ਹੈਗਾ। ਔਰ ਤੁਸੀਂ ਜਿਹੜਾ ਹੈਗਾ ਉਸ ਟੋਬਾ ਹੈ ਜਿਹੜਾ ਉਸ ਦੀ ਡਿਮਾਰਕੇਸ਼ਨ ਕਰਾਓ। ਇਸ ਵਾਸਤੇ ਜਿੰਨੀਆਂ ਪਬਲਿਕ ਅਫੈਂਸਿਸ ਹੈਗੀਆਂ, ਇਸ ਦੀਆਂ ਪਾਵਰਾਂ ਜਿਹੜੀਆਂ ਹੈਗੀਆਂ ਐਸਡੀਐਮ ਕੋਲ ਹੈਗੀਆਂ, ਐਸਡੀਐਮ ਦੇ ਕੇਸ ਪਾਓ। ਔਰ ਜਿਹੜੀ ਹੈਗੀ ਆ ਬੜਾ ਹੀ ਸੌਖਾ ਤਰੀਕਾ ਹੈਗਾ, ਪਰ ਕਰੇ ਕੌਣ? ਸਵਾਲ ਤਾਂ ਪੋਲੀਟੀਕਲ ਵਿਲ ਦੀ ਹੈਗੀ ਆ। ਐਸਡੀਐਮ ਨੂੰ ਜਦੇ ਕੁਰਕੀ ਦੇ ਕੇ ਸਾਡੇ ਨਾਗਰਾ ਸਾਹਿਬ ਵਰਗੇ ਰੋਕ ਦਿੰਦੇ ਆ, ਮੁੜ ਕੇ ਐਸਡੀਐਮ ਉਧਰ ਨੂੰ ਮੂੰਹ ਨਹੀਂ ਕਰਦਾ ਹੈਗਾ। ਤੁਸੀਂ ਦੱਸੋ, ਇਹ ਤੁਸੀਂ ਆਪਾਂ ਵੱਡੇ ਬੰਦਿਆਂ ਦੀਆਂ ਗੱਲਾਂ ਕਰੀ ਜਾਈਏ, ਛੋਟੇ ਤੋਂ ਲੈ ਕੇ ਵੱਡੇ ਤੱਕ ਚਲੇ ਜਾਓ, ਸਰਪੰਚ ਕੋਲ ਜੇ ਪੈਸੇ ਮੁੱਕ ਜਾਣ ਹੋਰ ਦੀ ਕੋਈ ਟੋਬੇ ਦੀ ਮਿੱਟੀ ਵੇਚਣ ਲੱਗ ਜਾਂਦਾ। ਸੋ ਗੱਲ ਆਪਾਂ ਆਪਣੇ ਕਰੈਕਟਰ ਦੀ ਗੱਲ ਕਰੀਏ ਕਿ ਅਸੀਂ ਸਾਡਾ ਕਰੈਕਟਰ ਕੀ ਹੈਗਾ, ਅਸੀਂ ਕੀ ਕੁਝ ਕਰਦੇ ਰਹੇ ਹੈਗੇ ਆ। ਚਾਹੇ ਸਰਪੰਚ ਆਪਣੇ ਬੰਦੇ ਨੂੰ ਟੋਬਾ ਰੋਕਣ ਤੋਂ ਰੋਕਦਾ ਨਹੀਂ ਹੈਗਾ, ਪਰ ਦੂਏ ਦੇ ਖਿਲਾਫ ਜਦੇ ਡੀਡੀਪੀਓ ਦੇ ਚਲੇ ਜਾਂਦਾ, ਜਦੇ ਵੀਡੀਓ ਦੇ ਸ਼ਿਕਾਇਤ ਕਰਨ ਚਲੇ ਜਾਂਦਾ। ਸੋ ਇਹ ਚੀਜ਼ਾਂ ਜਦੋਂ ਤੱਕ ਇਹ ਸਾਰਿਆਂ ਨੂੰ ਬਰਾਬਰ ਨਹੀਂ ਕੀਤਾ ਜਾਊਗਾ ਉਦੋਂ ਤੱਕ ਨਹੀਂ ਰੁਕਣਗੀਆਂ। ਮੋਹਾਲੀ ਦੇ ਆਲੇ ਦੁਆਲੇ ਇੰਨੀਆਂ ਜ਼ਮੀਨਾਂ ਜਿਨ੍ਹਾਂ ਨੂੰ ਖਾਣ ਵਾਸਤੇ ਇਹ ਅਫਸਰ ਹੈ ਜਿਹੜੇ ਇਹਨਾਂ ਦੇ ਮੂੰਹ ਅੱਡੇ ਵੇ ਹੈਗੇ ਆ ਔਰ ਬਘਿਆੜਾ ਮੰਗਣਾ ਬੈਠੇ ਹੈਗੇ ਆ। ਧਾਰਨੀ ਸਾਹਿਬ, ਜਿਹੜੀ ਗੱਲ ਜਿਹੜੀ ਹੈਗੀ ਤੁਸੀਂ ਬਲਬੀਰ ਸਿੱਧੂ ਦੀ ਜਦੋਂ ਗੱਲ ਕਰ ਰਹੇ ਆ, ਉਹ ਕਹਿੰਦੇ ਮੈਂ ਮੋਹਾਲੀ ਨੂੰ ਜਿਹੜਾ ਆਵਾਰਾ ਜਿਹੜੇ ਡੰਗਰ ਆ ਉਹਨਾਂ ਤੋਂ ਮੁਕਤ ਕਰਾਉਣ ਦੇ ਲਈ ਇਹ ਜਿਹੜਾ ਬਾਲ ਗੋਪਾਲ ਜਿਹੜਾ ਗਊ ਵਿਸੇਰਾ ਟਰਸਟ ਬਣਾਇਆ ਹੈ। ਤੇ ਜੇ ਪੰਜਾਬ ਦੇ ਸਾਰੇ ਮੰਤਰੀ ਆਪਣੇ ਆਪਣੇ ਇਲਾਕਿਆਂ 'ਚ ਇਦਾਂ ਹੀ ਬਾਲ ਗੋਪਾਲ ਗਊ ਵਿਸੇਰਾ ਟਰਸਟ ਬਣਾ ਲੈਣਾ ਤਾਂ ਲੱਗਦਾ ਨਹੀਂ ਕਿ ਆਵਾਰਾ ਡੰਗਰਾਂ ਤੋਂ ਮੁਕਤੀ ਹੋ ਸਕਦੀ ਹੈ ਪੰਜਾਬ ਦੀ। ਕਿਉਂ ਨਹੀਂ ਸਹਿਮਤ ਧਾਰਨੀ ਸਾਹਿਬ ਤੁਸੀਂ? ਮੈਂ ਤੁਹਾਨੂੰ ਇਹ ਦੱਸਦਾ ਜੀ, ਆਪਣੇ ਸਵੈਤ ਸਾਹਿਬ ਨੂੰ ਪਤਾ ਹੈਗਾ, ਮਾਵੀ ਸਾਹਿਬ ਨੂੰ ਵੀ ਪਤਾ ਹੈ, ਹਰ ਪਿੰਡਾਂ ਦੇ ਵਿੱਚ ਨੇੜੇ ਤੇੜੇ ਜੇ 2 ਪਿੰਡ 4 ਪਿੰਡਾਂ ਬਾਅਦ ਗਊ ਚਰਾਂਦਾ ਹੁੰਦੀਆਂ ਸੀ, ਜਿਨ੍ਹਾਂ ਦੇ ਵਿੱਚ ਗਊ ਚਰਾਂਦਾ ਲਈ ਉਹ ਸਪੈਸ਼ਲ ਜ਼ਮੀਨ ਡਿਮਾਰਕੇਟ ਕੀਤੀ ਵੀ ਸੀ। ਕਿੱਥੇ ਹੈ ਜੀ ਉਹ ਜ਼ਮੀਨਾਂ? ਕੌਣ ਖਾ ਗਿਆ? ਉੱਥੇ ਕਿਉਂ ਨਹੀਂ ਗਊਆਂ ਰੱਖੀਆਂ ਜਾਂਦੀਆਂ? ਕਿੱਥੇ ਚਲੀਆਂ ਗਈਆਂ? ਸਵਾਲ ਤਾਂ ਇਹ ਹੈਗਾ ਕਿ ਇਹ ਜ਼ਮੀਨ ਸਿੱਧੂ ਸਾਹਿਬ ਨੇ ਪਰਸਨਲ ਟਰਸਟ ਬਣਾ ਕੇ ਆਪਣੇ ਨਾਂ ਗਊਆਂ ਨੂੰ ਖਾਣ ਵਾਸਤੇ ਬਣਾਇਆ ਹੈਗਾ, ਔਰ ਇਹਦੇ ਵਿੱਚੋਂ ਨਿਕਲਾਉਣਾ ਕੱਖ ਨਹੀਂ ਹੈਗਾ। ਮਾਵੀ ਸਾਹਿਬ, ਮੈਂ ਤੁਹਾਡੇ ਤੋਂ ਸਵਾਲ ਲੈਣਾ ਚਾਹੁੰਦਾ। ਧਾਰਨੀ ਸਾਹਿਬ ਨੇ ਕਿਹਾ ਆਪਾਂ ਵੱਡੇ ਬੰਦਿਆਂ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਪਿੰਡਾਂ 'ਚ ਜਿਹੜੇ ਸਰਪੰਚ ਹੈ ਉਹ ਟੋਬੇ ਦੀ ਜਿਹੜੀ ਮਿੱਟੀ ਵੇਚ ਕੇ ਖਾ ਜਾਂਦੇ ਆ। ਉਹ ਕਹਿੰਦੇ ਵੀ ਹੇਠਲੇ ਪੱਧਰ ਤੇ ਆਪਣੀ ਪੀੜ੍ਹੀ ਹੇਠਾਂ ਵੀ ਸੋਟਾ ਮਾਰਨਾ ਚਾਹੀਦਾ ਪੰਚਾਇਤਾਂ ਨੂੰ। ਮਾਵੀ ਸਾਹਿਬ, ਜੋ ਕਮੈਂਟਸ ਹੈ ਇਹਦੇ ਬਾਰੇ ਕੀ ਕਹੋਗੇ? ਮੇਰਾ ਤਾਂ ਖਿਆਲ ਨਹੀਂ ਹੈ ਕਿ ਕਿਸੇ ਪਿੰਡ ਦੇ ਵਿੱਚ ਸਰਪੰਚ ਨੇ ਮਿੱਟੀ ਵੇਚ ਕੇ ਖਾਧੀ ਹੋਵੇ। ਜਿਹੜੇ ਪੋਲੀਟੀਕਲ ਲੀਡਰ ਹੈ ਉਹਨਾਂ ਦੇ 4-4 5-5 ਪਾਰਟੀਆਂ ਦੇ 4-4 ਆਗੂ ਹਰ ਪਿੰਡ ਦੇ ਵਿੱਚ ਬੈਠੇ ਆ। ਅਗਰ ਕੋਈ ਸਰਪੰਚ ਛੋਟੀ ਜਿਹੀ ਵੀ ਗਲਤੀ ਕਰਦਾ ਤਾਂ ਉਹਦੀ ਦਰਖਾਸਤ 10 ਮਿੰਟਾਂ ਦੇ ਵਿੱਚ ਉੱਪਰ ਅਫਸਰਾਂ ਤੱਕ ਚਲੀ ਜਾਂਦੀ ਹੈ। ਜੇ ਕੋਈ ਸਰਪੰਚ ਏਦਾਂ ਦੀ ਗੱਲ ਕਰਦਾ ਵੀ ਹੈ ਤਾਂ ਮਿੰਟ ਲੱਗਦਾ, ਉਹਦੇ ਤੇ ਪਰਚਾ ਹੋ ਜਾਂਦਾ ਹੈ। ਜੇ ਕੋਈ ਸਰਪੰਚ ਕੋਈ ਠੀਕ ਹੈ, ਮੰਤਰੀ ਦੇ ਜਾਂ ਕਿਸੇ ਐਮਐਲਏ ਦੇ ਜ਼ਿਆਦਾ ਨੇੜੇ ਆ, ਉਹ ਬਚ ਜਾਂਦਾ, ਦੂਜੇ ਦਿਨ ਤਾਂ ਜੇਲ੍ਹ ਜਾਣਾ ਪੈਂਦਾ। ਮੇਰੀ ਨੌਲੇਜ 'ਚ ਹੈਗੇ ਆ ਜਿਨ੍ਹਾਂ ਸਰਪੰਚਾਂ ਨੇ ਕੁਝ ਏਦਾਂ ਦੇ ਕੰਮ ਕੀਤੇ ਸੀਗੇ, ਉਹ ਬਿਲਕੁਲ ਜੇਲ੍ਹ ਗਏ ਆ ਔਰ ਜਾਣਾ ਵੀ ਚਾਹੀਦਾ ਜੀ। ਜੇ ਕੋਈ ਸਰਪੰਚ ਗਲਤ ਕੰਮ ਕਰਦਾ ਤਾਂ ਉਹਨੂੰ ਜਾਣਾ ਵੀ ਚਾਹੀਦਾ। ਦੂਜੀ ਗੱਲ ਇਹ ਕਹੀ ਹੈ ਕਿ ਜਿਹਦੇ ਘਰ ਦੇ ਨਾਲ ਟੋਭਾ ਲੱਗਦਾ ਉਹ ਦੱਬਦਾ। ਤੁਸੀਂ ਧਾਰਨੀ ਸਾਹਿਬ ਇਹ ਦੇਖੋ ਕਿ ਕਿੰਨੇ ਰੈਗੂਲੇਸ਼ਨ ਪਾ ਕੇ ਪੰਚਾਇਤਾਂ ਨੇ ਬੀਡੀਪੀਓ ਨੂੰ, ਡੀਡੀਪੀਓ ਨੂੰ, ਡਾਇਰੈਕਟਰ ਨੂੰ ਤੇ ਨਾਲ ਜਿਹੜਾ ਸਾਡਾ ਕੋਈ ਐਮਐਲਏ ਸਾਰਿਆਂ ਨੂੰ ਰੈਗੂਲੇਸ਼ਨ ਦਿੱਤੇ ਆ, ਪਰ ਉੱਥੇ ਕਾਰਵਾਈ ਕੁਝ ਨਹੀਂ ਹੁੰਦੀ ਕਿਉਂਕਿ ਸਰਪੰਚ ਕੋਲੇ ਇਹੋ ਜਿਹੀ ਕੋਈ ਪਾਵਰ ਨਹੀਂ ਹੈ ਕਿ ਉਹ ਥਾਣੇ ਫੋਨ ਕਰੇ ਤੇ ਉਹਦੇ ਕਹਿਣ ਤੇ ਪੁਲਿਸ ਆ ਜਾਏ। ਉਹ ਪਹਿਲਾਂ ਇਹ ਕਿਹਾ ਜਾਂਦਾ ਕਿ ਉੱਥੇ ਡਿਊਟੀ ਮੈਜਿਸਟ੍ਰੇਟ ਲਾਇਆ ਜਾਵੇ ਤੇ ਉੱਤੇ ਕੋਈ ਨਾ ਕੋਈ ਐਮਐਲਏ ਉਹਦੇ ਜਿਹੜਾ ਬੰਦਾ ਟੋਭਾ ਦੱਬਦਾ ਹੈ, ਇਹ ਵੋਟਾਂ ਦਾ ਰਾਜ ਹੈ, ਐਮਐਲਏ ਨੂੰ ਵੋਟਾਂ ਲੈਣੀਆਂ ਹੁੰਦੀਆਂ, ਉਹ ਉਸੇ ਟਾਈਮ ਕਿਸੇ ਨਾ ਕਿਸੇ ਅਫਸਰ ਨੂੰ ਫੋਨ ਕਰ ਦਿੰਦਾ ਕਿ ਸਾਡੇ ਬੰਦੇ ਨੇ
ਅੱਛਾ ਮੈਂ ਤੁਹਾਨੂੰ ਦੂਜੀ ਗੱਲ ਦੱਸਦਾ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੀਰਸਵਾਣੇ ਟੋਭੇ ਤੇ ਕਬਜ਼ਾ ਕਰਾਇਆ ਸੀਗਾ। ਅਸੀਂ ਪੰਚਾਇਤ ਯੂਨੀਅਨ ਪੰਜਾਬ ਨੇ ਉਹਦੇ ਬਾਰੇ ਪੂਰਾ ਸੰਘਰਸ਼ ਕੀਤਾ ਤੇ ਉਹਨੂੰ ਇਹ ਵੀ ਵਾਰਨਿੰਗ ਦਿੱਤੀ ਕਿ ਜੇ ਤੂੰ ਟੋਭਾ ਖਾਲੀ ਨਾ ਕਰਾਇਆ ਤਾਂ ਅਸੀਂ ਤੇਰੀ ਕੋਠੀ ਦਾ ਘਰਾਹ ਵੀ ਕਰਾਂਗੇ। ਜਿੰਨੀ ਦੇਰ ਵਾਰਨਿੰਗ ਨਹੀਂ ਦਿੱਤੀ, ਸੰਘਰਸ਼ ਨਹੀਂ ਕੀਤਾ, ਉਹਦੇ ਰਿਸ਼ਤੇਦਾਰ ਟੋਭਾ ਦੱਬਦੇ ਗਏ। ਤੁਹਾਡੀ ਗੱਲ ਜਦੋਂ ਜੀ ਮਸਲਾ ਪੂਰਾ ਭਖ ਗਿਆ ਕਿ ਵੀ ਹੁਣ ਤਾਂ ਇਹ ਰੌਲਾ ਪੈ ਗਿਆ ਸਾਰੇ ਪਾਸੇ, ਕੈਬਨਿਟ ਮੰਤਰੀ ਦੇ ਅੰਗੇਸ਼ ਲੋਕ ਖੜੇ ਹੋ ਗਏ, ਉਹ ਦੋ ਟੋਭਾ ਵੀ ਖਾਲੀ ਹੋ ਗਿਆ ਜਿਹੜੇ ਟਿੱਪਰ ਵਿੱਚ ਪਾਏ ਸੀ ਤੇ ਉਹ ਬੰਦਿਆਂ ਦੀਆਂ ਜ਼ਮਾਨਤਾਂ ਵੀ ਖਾਲੀ ਹੋ ਗਈਆਂ। ਜੇ ਕੋਈ ਟੋਭਾ ਦੱਬਦਾ ਤਾਂ ਉਹਦੇ ਉੱਤੇ ਕਿਸੇ ਨਾ ਕਿਸੇ ਦਾ ਆਕਿਆ ਦਾ ਹੱਥ ਜ਼ਰੂਰ। ਥੈਂਕ ਯੂ ਮਾਸਾ। ਤਾਰਨੀ ਜੀ ਆਪਣੇ ਕੋਲ ਸਮਾਂ ਵੀ ਬੜਾ ਘੱਟ ਹੈ, ਪਰ ਤੁਸੀਂ ਕਮੈਂਟ ਕਰਨਾ ਚਾਹੁੰਦੇ ਹੋ ਜ਼ਰੂਰ ਆਪਣੀ ਗੱਲ ਕਹੋ ਤਾਰਨੀ ਜੀ ਸੰਖੇਪ। ਦੇਖੋ ਅਭੀ ਜਿਹੜੀ ਗੱਲ ਕਹਿ ਰਹੇ ਆ ਨਾ, ਮੈਂ ਸਾਰਿਆਂ ਨੂੰ ਐਲੀਗੇਟ ਨਹੀਂ ਕਰਦਾ। ਮੈਂ ਮਾਵੀ ਸਾਹਿਬ ਨੂੰ ਪੁੱਛਦਾ ਕਿ ਕਿੰਨੀਆਂ ਜ਼ਮੀਨਾਂ ਜਿਹੜੀਆਂ ਮੁਸ਼ਤਰਕਾ ਮਾਲਕਾਂ ਨੂੰ ਵੰਡੀਆਂ ਗਈਆਂ, ਉਹਨਾਂ ਦੇ ਵਿੱਚ ਸਰਪੰਚਾਂ ਦੇ ਕਿੰਨੇ ਕਿੰਨੇ ਕਰੋੜ ਸੀ। ਦੇਖੋ ਮੈਂ ਬੈਠਾ ਕਚਹਿਰੀ ਦੇ ਵਿੱਚ, ਮੇਰੇ ਕੋਲ ਲੋਕ ਇਸ ਗੱਲ ਲਈ ਆਉਨੇ ਆ ਸ਼ਿਕਾਇਤਾਂ ਕਰਨ ਲਈ ਕਿ ਉਹ DDPO ਕੋਲ ਅਸੀਂ ਫਲਾਣੇ ਦੀ ਸ਼ਿਕਾਇਤ ਕਰਦੇ ਆ। ਸਾਨੂੰ ਉੱਥੇ ਹੀ ਪਤਾ ਲੱਗਦਾ ਹੈਗਾ ਕਿ ਫਲਾਣੇ ਪਿੰਡ ਦੇ ਟੋਭੇ ਦੀ ਜਿਹੜੀ ਹੈਗੀ ਆ ਮਿੱਟੀ ਵੇਚੀ। ਮੈਂ ਉਹਨਾਂ ਦੇ ਕੇਸ ਬਹੁਤ ਤਗੜੇ ਹੈਗੇ ਆ। ਤਾਨੀ ਸਾਹਿਬ ਸਮਾਂ ਨਹੀਂ, ਪਰ ਇੱਕ ਗੱਲ ਮੈਂ ਜ਼ਰੂਰ ਬਿਲਕੁਲ 2 ਲਾਈਨਾਂ ਦਾ ਕਮੈਂਟ ਚਾਹਾਂਗਾ। ਚਾਹੇ ਸਰਪੰਚ ਹੈ ਚਾਹੇ ਕੈਬਨਿਟ ਮੰਤਰੀ ਹੈ, ਕੋਈ ਜਸਟੀਫਿਕੇਸ਼ਨ ਤਾਂ ਨਹੀਂ ਹੁੰਦੀ ਨਾ ਜੀ ਜੇ ਪੰਚਾਇਤ ਦੀ ਜ਼ਮੀਨ ਵੇਚੀ ਜਾਂਦੀ ਹੈ ਜਾਂ ਕਬਜ਼ਾ ਕੀਤਾ ਜਾਂਦਾ। ਦੇਖੋ ਜ਼ਿਮੀਂਦਾਰਾਂ ਨੇ ਇਸੇ ਕਰਕੇ ਇੰਨਾ ਰੌਲਾ ਪਾਇਆ ਸੀ ਕਿ ਤੁਸੀਂ ਜਿਹੜੀਆਂ ਪਾਵਰਾਂ ਐਸਡੀਐਮਾਂ ਨੂੰ ਦਿੰਦੇ ਆ ਬਈ ਇਸ ਦੇ ਨਾਲ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਖੋਈਆਂ ਜਾਣਗੀਆਂ। ਇਸ ਕਰਕੇ ਅੱਜ ਇੱਕ ਕੁਐਸਚਨ ਮਾਰਕ PCS ਜਿਹੜੇ ਐਗਜ਼ੈਕਟਿਵ ਹੈਗੇ ਆ ਉਹਨਾਂ ਦੇ ਉੱਤੇ ਬਣਿਆ ਹੋਇਆ ਹੈਗਾ। ਔਰ ਅੱਜ ਮਾੜਾ ਮੋਟਾ ਜੇ ਜੁਡੀਸ਼ਰੀ ਤੇ ਮਾੜਾ ਮੋਟਾ ਰਿਹਾ ਵਾ ਹੈਗਾ, ਫੋਰੈਂਸਿਕ ਐਸਡੀਐਮ ਨੂੰ ਪਾਵਰਾਂ ਹੈਗੀਆਂ। ਮੈਨੂੰ ਆਏ ਦੱਸ ਦੇ ਸਰਪੰਚ ਸਾਹਿਬ ਕਿੰਨੀਆਂ ਜ਼ਮੀਨਾਂ ਇਹਨਾਂ ਨੇ ਖਾਲੀ ਕਰਾ ਲਈਆਂ, ਕਿਉਂਕਿ ਉਹ ਕਰਦੇ ਹੀ ਨਹੀਂ, ਕਿਉਂਕਿ ਜੇ MLA ਕਹੂਗਾ ਤਾਂ ਕਰਨਗੇ, ਨਹੀਂ ਕਰਨਗੇ। ਯੈਸ ਬਿਲਕੁਲ। ਸੁਰੇਸ਼ ਜੀ ਲਾਸਟ ਕਮੈਂਟ ਤੁਹਾਡੇ ਤੋਂ ਮੈਂ ਲੈਣਾ ਚਾਹੁੰਦਾ ਇਸ ਮੁੱਦੇ ਤੇ। ਜਦ ਤੱਕ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹਦੀ ਪਹਿਰੇਦਾਰੀ ਨਹੀਂ ਹੋਏਗੀ ਤਦ ਤੱਕ ਸਰਪੰਚਾਂ ਦੀ ਗੱਲ ਕਰ ਲਈਏ, ਪੰਚਾਇਤਾਂ ਦੀ ਗੱਲ ਕਰ ਲਈਏ ਜਾਂ ਜਿੰਨੀਆਂ ਮਰਜ਼ੀ ਕਮੇਟੀਆਂ ਬਣ ਜਾਣ, ਕੋਈ ਨਤੀਜੇ ਸਾਹਮਣੇ ਨਹੀਂ ਆਉਣਗੇ। ਸੁਰੇਸ਼ ਜੀ ਤੇ ਜਾਗਰੂਕ ਹੋ ਕੇ ਤੁਹਾਡਾ ਮੀਡੀਆ ਜਿਹੜਾ ਇਹ ਮੀਡੀਆ ਤੁਹਾਡਾ ਬੜਾ ਵੱਡਾ ਰੋਲ ਹੈਗਾ। ਜਦੋਂ ਜਾਗਰੂਕ ਲੋਕ ਤੇ ਜਾਗਰੂਕ ਮੀਡੀਆ ਤੇ ਇੱਕ ਲੜਾਈ ਲੜਨ ਦੀ ਜਿਹੜੀ ਹੈਗੀ ਹੈ ਸਮਰੱਥਾ ਤੇ ਇੱਛਾ, ਜਦੋਂ ਇਹ ਇਕੱਠੀਆਂ ਹੋ ਜਾਣਗੀਆਂ ਤਾਂ ਮੇਰਾ ਖਿਆਲ ਨਹੀਂ ਹੈ ਕਿ ਕੋਈ ਪੋਲੀਟੀਕਲ ਲੀਡਰ ਜਾਂ ਕੋਈ ਅਫਸਰ ਜਾਂ ਕੋਈ ਗਲਤ ਕੰਮ ਕਰ ਸਕੇਗਾ। ਤੇ ਅੱਜ ਆਪਾਂ ਡਿਬੇਟ ਕਰ ਰਹੇ ਹਾਂ ਨਾ ਜੀ, ਤੇ ਇਹ ਜਾਗਰੂਕਤਾ ਦੀ ਸਿੱਟਾ ਹੈ ਨਾ ਜੀ। ਤੁਸੀਂ ਜਾਗਰੂਕ ਹੈ, ਆ ਪੰਚਾਇਤਾਂ ਦੇ ਜਿਹੜੇ ਮਾਵੀ ਸਾਹਿਬ ਬੈਠੇ ਨੇ ਇਹ ਲੋਕ ਜਾਗਰੂਕ ਨੇ, ਇਹ ਲੜਾਈਆਂ ਲੜਨਗੇ ਤੇ ਮੇਰੇ ਖਿਆਲ ਨਹੀਂ ਹੈਗਾ ਕੋਈ ਆਪਾਂ ਨੂੰ ਫਿਰ ਆਪਾਂ ਸਾਰਾ ਕੁਝ ਠੀਕ ਜਿਹੜਾ ਹੈਗਾ ਹੁੰਦਾ ਜਾਏਗਾ ਹੌਲੀ ਹੌਲੀ। ਜੀ ਮਿਹਰਬਾਨੀ। ਸਾਰਿਆਂ ਨੂੰ ਇਹ ਕਰਨਾ ਚਾਹੀਦਾ, ਜ਼ਰੂਰ ਕਰਨਾ ਚਾਹੀਦਾ ਜੀ। ਮਿਹਰਬਾਨੀ। ਪੰਚਾਇਤੀ ਜ਼ਮੀਨਾਂ ਦੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਜਿਸ ਮੁੱਦੇ ਤੇ ਆਪਾਂ ਚਰਚਾ ਕੀਤੀ ਹੈ ਉਹਦੇ ਤੇ ਮਾਵੀ ਸਾਹਿਬ, ਧਾਰਨੀ ਸਾਹਿਬ, ਸੁਰੇਸ਼ ਜੀ ਤਿੰਨਾਂ ਦੇ ਆਉਣ ਲਈ ਮੈਂ ਬਹੁਤ ਧੰਨਵਾਦੀ ਹਾਂ। ਪਰ ਸਾਰੀ ਬਹਿਸ ਚੋਂ ਇੱਕ ਸਵਾਲ ਜਿਹੜਾ ਸਾਂਝੇ ਤੌਰ ਤੇ ਉੱਭਰ ਕੇ ਸਾਹਮਣੇ ਆਇਆ, ਜੇ ਕੈਬਨਿਟ ਮੰਤਰੀ ਦੇ ਉੱਤੇ ਦੋਸ਼ ਲੱਗਣਗੇ, ਕਿੰਨੇ ਸੱਚੇ ਹੈ ਕਿੰਨੇ ਝੂਠੇ ਹੈ ਤਾਂ ਜਾਂਚ ਦੇ ਨਾਲ ਹੀ ਸਾਹਮਣੇ ਆਏਗਾ। ਪਰ ਇੱਕ ਗੱਲ ਜਿਹੜੀ ਸਾਂਝੇ ਤੌਰ ਤੇ ਬਣ ਰਹੀ ਹੈ ਕਿ ਇਸ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਪੰਜਾਬ ਦੇ ਲੋਕਾਂ ਦੇ ਅੱਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਨਿਤਾਰਾ ਹੋਣਾ ਚਾਹੀਦਾ। ਇਹਨਾਂ ਮੁੱਦੇ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਦਾ ਮੁੜ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।